ਅੱਜ ਇੱਕ ਕਿਸਾਨ ਬਜ਼ੁਰਗ ਕਿਸਾਨ ਦੀ ਦਰਦ ਭਰੀ ਕਹਾਣੀ ਤੁਹਾਨੂੰ ਦੱਸਾਂਗੇ ਜੋ ਕਾਨੂੰਨੀ ਦਾਅ ਪੇਚ ਦੇ ਵਿੱਚ ਅਜਿਹਾ ਉਲਝਿਆ ਹੈ ਕਿ ਅੱਜ ਉਸ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਇੱਕ ਕੇਸ ਦੇ ਵਿੱਚ 55 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ। ਕਿਉਂ ਲਗਾਇਆ 55 ਲੱਖ ਰੁਪਏ ਅਦਾਲਤ ਨੇ ਤੁਹਾਨੂੰ ਜੁਰਮਾਨਾ? ਟਰੈਕਟਰ ਅਸੀਂ ਵੇਚ ਦਿੱਤਾ ਸੀ ਤੇ ਉਹ ਦੇ ਕੇ ਤੇ ਕਬਜ਼ਾ ਉਹਨਾਂ ਨੇ ਲੈ ਲਿਆ ਤੇ ਆਰਸੀ ਲੈ ਗਏ ਤੇ ਉਹ ਮੁੜ ਕੇ ਆਏ ਤੇ ਉਹਨਾਂ ਕੋਲ 11ਵੇਂ ਮਹੀਨੇ 'ਚ ਬੰਦਾ ਮਰ ਗਿਆ ਤੇ 50,000 ਉਹਨਾਂ ਹਜ਼ਾਰ ਕੀਤਾ ਹਾਂ ਸੀ ਤੇ ਆਏ ਤੇ ਆਂਦੇ ਵੀ ਬਾਪੂ 50,000 ਆਪਣਾ ਰੁਪਈਆ ਲੈ ਲਾ ਤੇ ਸਾਨੂੰ ਲਿਖਦੇ ਸਾਡੇ ਕੋਲ ਐਕਸੀਡੈਂਟ ਹੋ ਗਿਆ ਤੇ ਮੈਨੂੰ ਕੀ ਪਤਾ ਸੀ ਮੈਂ ਅਨਪੜ੍ਹ ਬੰਦਾ ਵਾਂ। ਇਹ ਉਹ ਜੱਜਮੈਂਟ ਹੈ ਇਸ ਕੇਸ ਦੀ ਸਾਰੀ ਜਿਹੜੀ ਕਹਾਣੀ ਹੈ ਇਸ ਜੱਜਮੈਂਟ ਦੇ ਵਿੱਚ ਹੈ, ਪਰ ਇੱਕ ਅਹਿਮ ਪਹਿਲੂ ਇਸ ਕੇਸ ਦੇ ਵਿੱਚ ਸੀਗਾ, ਇੱਕ ਐਫੀਡੈਵਿਟ ਸੀਗਾ ਬਜ਼ੁਰਗਾਂ ਦੇ ਵੱਲੋਂ ਦਿੱਤਾ ਗਿਆ 29 ਲੱਖ ਰੁਪਇਆ 27,500 ਰੁਪਇਆ ਜੁਰਮਾਨਾ ਜਿਹੜਾ ਮਾਨਯੋਗ ਅਦਾਲਤ ਦੇ ਵੱਲੋਂ ਲਗਾਇਆ ਗਿਆ। ਫਿਰ ਉਹਦੇ ਉੱਤੇ 7.5% ਜਿਹੜੀ ਹੈ ਵਿਆਜ ਦਰ ਦੇ ਨਾਲ ਅੱਜ 55 ਲੱਖ ਰੁਪਇਆ ਜੁਰਮਾਨਾ ਹੋ ਗਿਆ। ਇਹ ਸਮਝ ਨਹੀਂ ਲੱਗੀ ਸਾਡੇ ਪਰਿਵਾਰ ਨੂੰ ਕਿ ਸਾਡੇ ਨਾਲ ਧੱਕਾ ਕਿਉਂ ਹੋਇਆ। ਨਾ ਤੇ ਇਹਨਾਂ ਨੂੰ ਕਿ ਐਕਸੀਡੈਂਟ ਬਾਰੇ ਪਤਾ, ਨਾ ਇਹਨਾਂ ਨੇ ਉਹ ਬੰਦਿਆਂ ਬਾਰੇ ਪਤਾ। ਟਰੈਕਟਰ ਦਾ ਪਤਾ ਸੀਗਾ ਵੀ ਟਰੈਕਟਰ ਦਿੱਤਾ ਹੋਵੇ ਇਹਨਾਂ ਨੇ ਆਪਣਾ ਇੱਕ। ਚਲੋ ਇਹਨਾਂ ਦਾ ਤੇ ਹਾਲ ਇਹ ਸੀਗਾ ਵੀ ਇਹ ਤੇ ਬਿਲਕੁਲ ਘਰ ਆਪਣੇ ਖਤਮ ਹੋ ਗਏ ਸੀਗੇ ਵੀ ਹੁਣ ਹੈ ਨਹੀਂ ਕੁਛ ਵੀ। ਜਦੋਂ 2 ਕਿੱਲੇ ਪੈਲੀ ਉਹ ਵੀ ਨਹੀਂ ਰਹੀ। 5 ਅਸੀਂ ਮੈਂਬਰ ਹਾਂ ਤੇ ਇੱਕ ਮੇਰੀ ਨੂੰਹ ਆ, 2 ਮੇਰਾ ਪੋਤੀ ਪੋਤਾ ਵਾ, ਇੱਕ ਮੇਰਾ ਪੁੱਤ ਵਾ। ਘਰ ਦੇ ਸਾਡੇ ਇਸੇ ਗਮ ਨਾਲ ਪੂਰੇ ਹੋ ਗਏ ਆ ਤੇ ਅਸੀਂ ਤੇ ਕੋਈ ਗੱਲ ਕਰ ਨਹੀਂ ਸਕਦੇ। ਜੇ ਨਾ ਹੋਇਆ ਤੇ ਸਰਕਾਰ ਨੇ ਨਾ ਸਾਡੀ ਮਦਦ ਨਾ ਕੀਤੀ ਤੇ ਫਿਰ ਖੀਰੀ ਸਾਡੇ ਕੋਲ ਹਥਿਆਰ ਤੇ ਦਵਾਈ ਦਾ ਹੀ ਆ। ਕੋਈ ਰਾਹ ਲੱਗਦਾ ਹੈ, ਕੋਈ ਰਾਹ ਨਿਕਲੇਗਾ ਅੱਗੇ, ਕੋਈ ਹੱਲ? ਕੋਈ ਰਾਹ ਨਹੀਂ ਲੱਭਣ ਦਿਆ ਸਾਨੂੰ ਰਾਹ ਹੀ ਲੱਭਣਾ ਐਂਡ ਦੇ ਉੱਤੇ ਜਾ ਕੇ ਅਸੀਂ ਦਵਾਈ ਸਾਡੇ ਪਰਿਵਾਰ ਨੇ ਖਾ ਕੇ ਮਰ ਜਾ। ਸਾਡੀ ਹੋਰ ਕੋਈ ਜਾਇਦਾਦ ਨਹੀਂ, ਕਿੱਥੋਂ ਦੇਵਾਂਗੇ ਪੈਸੇ? ਹਾਂ ਸਾਡੀ ਪੈਲੀ ਵੇਚ ਗਈ ਤੇ ਸਾਡੇ ਬੱਚੇ ਕੀ ਖਾਣਗੇ ਘਰ? ਵੀ ਜਿਹੜੇ ਇਹਨਾਂ ਦੇ ਨਾਲ ਧੱਕਾ ਹੋਇਆ ਵਾ ਇਹਨਾਂ ਦੀ ਅਨਪੜ੍ਹਤਾ ਕਰਕੇ ਹੋਇਆ ਵਾ, ਅਵੇਅਰਨੈਸ ਦੀ ਘਾਟ ਕਰਕੇ ਹੋਇਆ ਵਾ। ਇਹਨਾਂ ਦਾ ਵਿਚਾਰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ। ਤੇ ਇਹਨਾਂ ਲੋਕਾਂ ਨੂੰ ਜਿਹੜੇ ਅਨਪੜ੍ਹ ਲੋਕ ਨੇ ਪਿੰਡਾਂ ਦੇ ਵਿੱਚ, ਅਸੀਂ ਅਨਪੜ੍ਹ ਲੋਕ ਜਿਹੜੇ ਬੈਠੇ ਨੇ, ਇਹਨਾਂ ਨੂੰ ਜਦੋਂ ਪਤਾ ਹੀ ਨਹੀਂਗਾ ਵੀ ਆਹ ਐਫੀਡੇਵਿਟ ਕਿੰਨੇ ਦਾ ਵਾ, 20 ਦਾ ਵਾ ਤੇ 20 ਦੇ ਉੱਤੇ ਇਹਨਾਂ ਨੇ ਸਾਈਨ ਕਰਤੇ ਆ, ਜਾਂ ਤੇ ਐਫੀਡੇਵਿਟ ਨਾ ਹੋਣ ਤੇ ਜੇ ਹੈਗੇ ਨੇ ਤੇ ਸਰਕਾਰ ਇਹਨਾਂ ਨੂੰ ਥੋੜਾ ਲੋਕਾਂ ਨੂੰ ਅਵੇਅਰ ਕਰੇ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਇੱਕ ਕਿਸਾਨ ਬਜ਼ੁਰਗ ਕਿਸਾਨ ਦੀ ਦਰਦ ਭਰੀ ਕਹਾਣੀ ਤੁਹਾਨੂੰ ਦੱਸਾਂਗੇ ਜੋ ਕਾਨੂੰਨੀ ਦਾਅ ਪੇਚ ਦੇ ਵਿੱਚ ਅਜਿਹਾ ਉਲਝਿਆ ਹੈ ਕਿ ਅੱਜ ਉਸ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਇੱਕ ਕੇਸ ਦੇ ਵਿੱਚ 55 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ। ਜੇਕਰ ਇਹ ਰਕਮ ਇਸ ਕਿਸਾਨ ਦੇ ਵੱਲੋਂ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਉਸ ਦੇ ਕੋਲ ਮਹਿਜ਼ 2 ਕਿੱਲੇ ਜ਼ਮੀਨ ਹੈ, ਉਸ ਨੂੰ ਕੁਰਕ ਕਰ ਦਿੱਤਾ ਜਾਵੇਗਾ। ਕਿਸਾਨ ਸਾਡੇ ਨਾਲ ਹੈ, ਕਿਉਂ ਇੰਨਾ ਜੁਰਮਾਨਾ ਲੱਗਾ, ਕੀ ਉਹ ਕਾਰਨ ਬਣਿਆ, ਕੀ ਉਹ ਘਟਨਾ ਸੀਗੀ? ਤਾਂ ਬਜ਼ੁਰਗ ਕਿਸਾਨ ਰਘਬੀਰ ਸਿੰਘ ਜੀ ਸਾਡੇ ਨਾਲ ਨੇ, ਪਾੜਾ ਪਿੰਡ ਦੇ ਵਿੱਚ ਮੌਜੂਦ ਹੈ। ਬਾਪੂ ਜੀ, ਕਿਉਂ ਲਗਾਇਆ 55 ਲੱਖ ਰੁਪਏ ਅਦਾਲਤ ਨੇ ਤੁਹਾਨੂੰ ਜੁਰਮਾਨਾ? ਉਹ ਜੀ ਟਰੈਕਟਰ ਦਾ ਪਾਉਣ ਡਏ ਸਾਨੂੰ। ਅੱਛਾ ਜੀ। ਤੇ ਟਰੈਕਟਰ ਅਸੀਂ ਵੇਚ ਦਿੱਤਾ ਸੀ ਤੇ 10ਵੇਂ ਮਹੀਨੇ ਦੀ 5 ਤਰੀਕ ਨੂੰ ਤੇ ਉਹ ਲੱਖ 2010 ਦੇ ਵਿੱਚ ਵੇਚਿਆ? 2010 ਚ। ਅੱਛਾ ਜੀ। ਤੇ ਉਹ ਦੇ ਕੇ ਤੇ ਕਬਜ਼ਾ ਉਹਨਾਂ ਨੇ ਲੈ ਲਿਆ ਤੇ ਆਰਸੀ ਲੈ ਗਏ ਅੱਛਾ ਜੀ। ਤੇ ਉਹ ਮੁੜ ਕੇ ਆਏ ਤੇ ਉਹਨਾਂ ਕੋਲ 11ਵੇਂ ਮਹੀਨੇ 'ਚ ਬੰਦਾ ਮਰ ਗਿਆ ਤੇ 50,000 ਉਹਨਾਂ ਹਜ਼ਾਰ ਕੀਤਾ ਹਾਂ ਸੀ ਤੇ ਆਏ ਤੇ ਆਂਦੇ ਵੀ ਬਾਪੂ 50,000 ਆਪਣਾ ਰੁਪਈਆ ਲੈ ਲਾ ਤੇ ਸਾਨੂੰ ਲਿਖਦੇ ਸਾਡੇ ਕੋਲ ਐਕਸੀਡੈਂਟ ਹੋ ਗਿਆ। ਅੱਛਾ ਜੀ। ਤੇ ਮੈਨੂੰ ਕੀ ਪਤਾ ਸੀ, ਮੈਂ ਅਨਪੜ੍ਹ ਬੰਦਾ ਵਾਂ ਤੇ ਐਵੇਂ 1-2 ਜਮਾਤਾਂ ਪੜ੍ਹਿਆ ਹਾਂ ਤੇ ਉਹ ਐਫੀਡੇਵਿਟ ਲਿਖਾ ਕੇ ਤੇ ਲੈ ਗਏ ਤੇ ਉਹਦੇ ਉੱਤੇ ਉਹਨਾਂ ਨੇ ਜ਼ਮਾਨਤ ਕਰਾ ਲਈ ਆਪਣੀ ਟਰੈਕਟਰ ਦੀ, ਆਪਣੇ ਬੰਦੇ ਦੀ ਜ਼ਮਾਨਤ ਕਰਾ ਲਈ ਤੇ ਬਾਅਦ ਵਿੱਚ ਸਾਨੂੰ 12 ਤੋਂ ਮਗਰੋਂ ਮਹੀਨਾ 2 ਮਹੀਨੇ ਬਾਅਦ ਸੰਮਣ ਆਇਆ। 2 ਸਾਲ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਵੀ ਸਾਡੇ ਇਹ ਕੀ ਹੋਇਆ ਹਾਂ ਕੀ ਨਹੀਂ ਹੋਇਆ ਹਾਂ, ਸਾਨੂੰ ਕੋਈ ਇਸ ਗੱਲ ਦਾ ਵੇਰਵਾ ਨਹੀਂ। 2-2.5 ਸਾਲ ਪਤਾ ਲੱਗਾ ਤੇ ਫਿਰ ਸਾਨੂੰ ਸੰਮਣ ਆਏ ਵੀ ਤੁਹਾਡਾ ਜਿਹੜਾ ਵਾ ਕੇਸ ਵਿੱਚ ਨਾਮ ਆ। ਅੱਛਾ ਜੀ।
ਕੋਈ ਸ਼ਖਸ ਮਰ ਗਏ ਸੀਗੇ ਐਕਸੀਡੈਂਟ ਦੇ ਵਿੱਚ ਉਸ ਟਰੈਕਟਰ ਦੇ ਨਾਲ, ਹੈ। ਤੁਹਾਡੇ ਕੋਲ ਟਰੈਕਟਰ ਸੀਗਾ, ਤੁਸੀਂ ਟਰੈਕਟਰ ਕਿਸੇ ਨੂੰ ਵੇਚਦੇ ਹੋ 1.5 ਲੱਖ ਰੁਪਏ ਦੇ ਵਿੱਚ 2010 ਦੇ ਵਿੱਚ, ਹਨਾ, 5ਵਾਂ ਮਹੀਨੇ ਦੀ 10 ਤਰੀਕ ਨੂੰ, ਤੇ ਉਹ ਟਰੈਕਟਰ ਵੇਚਦੇ ਹੋ, ਲੱਖ ਰੁਪਇਆ ਲੈ ਲੈਂਦੇ ਹੋ, ਤੇ ਉਸ ਤੋਂ ਬਾਅਦ 11ਵੇਂ ਮਹੀਨੇ ਜਾ ਕੇ ਉਹ ਬੰਦਾ ਤੁਹਾਨੂੰ ਪੇਮੈਂਟ ਬਾਕੀ ਰਹਿੰਦੀ ਜਿਹੜੀ 50,000 ਰੁਪਇਆ ਦੇਣ ਆਉਂਦਾ ਹੈ, ਤੇ ਐਫੀਡੈਵਿਟ ਲਿਖਾ ਲੈਂਦਾ ਵੀ ਇਸ ਟਰੈਕਟਰ ਦੇ ਸਾਰੇ ਜਿਹੜੇ ਅਧਿਕਾਰ ਹੈ ਉਹ 10/5/10 ਤੋਂ ਸਾਡੇ ਹੈ, ਜੋ ਇਹਦਾ ਜ਼ਿੰਮੇਵਾਰੀ ਉਹ ਵੀ। ਔਰ ਫਿਰ ਉਸ ਤੋਂ ਬਾਅਦ ਇਹ ਐਕਸੀਡੈਂਟ ਹੁੰਦਾ, ਪਰ ਉਸ ਐਕਸੀਡੈਂਟ ਦੇ ਵਿੱਚ 2.5 ਸਾਲ ਬਾਅਦ ਤੁਹਾਡਾ ਨਾਮ ਵੀ ਜੁੜ ਜਾਂਦਾ ਹੈ, ਇਦਾਂ ਹੀ ਹੈ? ਇਦਾਂ ਹੋਈ ਹੈ ਜੀ। ਅੱਛਾ ਜੀ। ਹਾਂ, 2.5 ਸਾਲ ਬਾਅਦ ਸਾਡਾ ਨਾਂ ਜੋੜਿਆ। ਅੱਛਾ, ਫਿਰ ਕਿੰਨੀ ਦੇਰ ਇਹ ਕੇਸ ਚੱਲਿਆ, ਕਿੱਥੇ ਕਿੱਥੇ ਕੇਸ ਚੱਲਿਆ? ਇਹ ਜੀ ਗੁਰਦਾਸਪੁਰ ਚੱਲਿਆ ਕੇਸ, ਤੇ ਗੁਰਦਾਸਪੁਰ ਉਹ ਸਾਨੂੰ ਜੱਜ ਨੇ, ਆਪਣਾ ਬੇਰੀ ਜੱਜ ਸੀ, ਉਹਨੇ ਪਾਤੇ ਪੈਸੇ। ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਸਾਨੂੰ ਪਾਇਆ ਇਕੱਲਿਆਂ ਨੂੰ। ਪਹਿਲੋਂ ਆਂਦੇ ਸੀ ਵੀ ਤੁਹਾਨੂੰ ਨਹੀਂ ਪੈਣੇ, ਉਹਨਾਂ ਨੂੰ ਪੈਣੇ ਜਿਨ੍ਹਾਂ ਕੋਲ ਬੰਦਾ ਮਰਿਆ, ਜਿਨ੍ਹਾਂ ਨੇ ਮਾਰਿਆ ਵਾ, ਉਹ ਬਿਆਨ ਵੀ ਦਿੰਦੇ ਸੀ, ਤੇ ਜ਼ਮਾਨਤ ਵੀ ਉਹਨਾਂ ਕਰਾਈ, ਟਰੈਕਟਰ ਦੀ, ਬੰਦੇ ਦੀ ਵੀ ਕਰਾਈ। ਸਾਨੂੰ ਇਹੋ ਜਿਹੀਆਂ ਗੱਲਾਂ ਕਹਿੰਦੇ ਰਹੇ। ਉਹ ਮੁੜ ਕੇ ਫਿਰ ਅਸੀਂ ਜਦੋਂ ਸਾਨੂੰ ਜੁਰਮਾਨਾ ਹੋ ਗਿਆ, ਫਿਰ ਅਸੀਂ ਵਕੀਲਾਂ ਦੀ ਰਾਏ ਲਈ, ਤੇ ਵਕੀਲ ਆਖਣ ਲੱਗੇ ਵੀ ਤੁਸੀਂ ਚੰਡੀਗੜ੍ਹ ਕੇਸ ਕਰੋ। ਤੇ ਅਸੀਂ ਫਿਰ ਚੰਡੀਗੜ੍ਹ ਕੇਸ ਕੀਤਾ, ਉੱਥੇ 2-3 ਸਾਲ ਚੱਲਿਆ, ਤੇ ਉੱਥੋਂ ਦੇ ਜੱਜ ਨੇ ਉਹਨੇ ਆਖਿਆ ਜੋ ਗੁਰਦਾਸਪੁਰ ਦਾ ਫੈਸਲਾ ਉਹੀ ਰਹੇਗਾ। ਫਿਰ ਹੁਣ ਅਸੀਂ ਤਾਂ ਮੁੜ ਕੇ ਕਰੋਨਾ ਹੈਗੀ, ਤੇ ਦਿੱਲੀ ਕੇਸ ਕੀਤਾ, ਸੁਪਰੀਮ ਕੋਰਟ 'ਚ ਜੱਜ ਆਖਣ ਲੱਗੇ, ਵਕੀਲ ਆਖਣ ਲੱਗੇ ਵੀ ਤੁਸੀਂ ਉੱਥੇ ਕਰੋ, ਤੁਹਾਡੇ ਨਾਲ ਬੇਨਿਆਈ ਹੋਣ ਡਈ ਆ, ਤੇ ਇਹ ਸਾਡੇ ਨਾਲ ਬੇਨਿਆਈ ਬੜੀ ਤਗੜੀ ਹੋਣ ਡਈ ਹੈ ਜੀ। ਅੱਛਾ, ਗੁਰਦਾਸਪੁਰ ਦੀ ਮਾਨਯੋਗ ਅਦਾਲਤ ਵੱਲੋਂ ਕਿੰਨਾ ਤੁਹਾਨੂੰ ਜੁਰਮਾਨਾ ਲਾਇਆ ਸੀਗਾ? ਉਹਨਾਂ ਖਨੇ 29 ਲੱਖ ਦੇ ਕੁਛ ਉੱਤੇ ਪੈਸੇ ਆ ਜੀ। ਅੱਛਾ, 29,27,500 ਰੁਪਏ। ਅੱਛਾ, ਮੈਂ ਇੰਨਾ ਚੇਤਾ ਨਹੀਂ ਮੈਨੂੰ ਰਹਿੰਦਾ। ਅੱਛਾ, ਇੱਕ ਮੈਂ ਥੋੜ੍ਹੇ ਜਿਹੇ ਡਾਕੂਮੈਂਟ ਵੀ ਦਰਸ਼ਕਾਂ ਦੇ ਨਾਲ ਸਾਂਝੇ ਕਰੂੰਗਾ। ਇਹ ਉਹ ਜੱਜਮੈਂਟ ਹੈ, ਇਸ ਕੇਸ ਦੀ ਸਾਰੀ ਜਿਹੜੀ ਕਹਾਣੀ ਹੈ ਇਸ ਜੱਜਮੈਂਟ ਦੇ ਵਿੱਚ ਹੈ, ਪਰ ਇੱਕ ਅਹਿਮ ਪਹਿਲੂ ਇਸ ਕੇਸ ਦੇ ਵਿੱਚ ਸੀਗਾ, ਇੱਕ ਐਫੀਡੈਵਿਟ ਸੀਗਾ ਬਜ਼ੁਰਗਾਂ ਦੇ ਵੱਲੋਂ ਦਿੱਤਾ ਗਿਆ। 29 ਲੱਖ ਰੁਪਇਆ 27,500 ਰੁਪਇਆ ਜੁਰਮਾਨਾ ਜਿਹੜਾ ਮਾਨਯੋਗ ਅਦਾਲਤ ਦੇ ਵੱਲੋਂ ਲਗਾਇਆ ਗਿਆ। ਫਿਰ ਉਹਦੇ ਉੱਤੇ 7.5% ਜਿਹੜੀ ਹੈ ਵਿਆਜ ਦਰ ਦੇ ਨਾਲ ਅੱਜ 55 ਲੱਖ ਰੁਪਇਆ ਜੁਰਮਾਨਾ ਹੋ ਗਿਆ। ਔਰ ਜੁਰਮਾਨੇ ਦੇ ਉਹਦੇ ਵਿੱਚ 16 ਤਰੀਕ ਜੋ ਕੱਲ੍ਹ ਲੰਘਿਆ ਹੈ, ਕੱਲ੍ਹ ਜ਼ਮੀਨ ਕੁਰਕ ਕਰਨ ਵਾਸਤੇ ਆਈ ਸੀਗੀ, ਪਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੁਰਕੀ ਨੂੰ ਫਿਲਹਾਲ ਦੀ ਘੜੀ ਟਾਲ ਦਿੱਤਾ ਗਿਆ, ਕਿਉਂਕਿ ਉੱਥੇ ਕੋਈ ਬੋਲੀ ਦੇਣ ਵਾਲਾ ਨਹੀਂ ਆਇਆ। ਤਾਂ ਬਜ਼ੁਰਗਾਂ ਦੇ ਰਿਸ਼ਤੇਦਾਰ, ਪਰਿਵਾਰਕ ਮੈਂਬਰ ਵੀ ਸਾਡੇ ਨਾਲ ਨੇ। ਸਰ, ਤੁਹਾਡੇ ਤੋਂ ਕੇਸ ਦਾ ਥੋੜ੍ਹਾ ਜਿਹਾ ਟੈਕਨੀਕਲੀ ਸਮਝਣਾ ਚਾਹਾਂਗੇ, ਕਿੱਥੇ ਕਮੀ ਰਹੀ? ਕਿਉਂਕਿ ਐਫੀਡੈਵਿਟ ਬਹੁਤ ਇੱਕ ਮਹੱਤਵਪੂਰਨ ਐਫੀਡੈਵਿਟ ਸੀਗਾ, ਹਾਲਾਂਕਿ ਮਾਨਯੋਗ ਅਦਾਲਤ ਇਸ ਐਫੀਡੈਵਿਟ ਨੂੰ ਮੰਨਦੀ ਜਾਂ ਨਹੀਂ ਮੰਨਦੀ ਇਹ ਮਾਨਯੋਗ ਅਦਾਲਤ ਦੇ ਉੱਤੇ ਹੈ, ਪਰ ਕੀ ਐਫੀਡੈਵਿਟ ਕਹਿੰਦਾ ਹੈ, ਫਿਰ ਕੀ ਇਹ ਜੱਜਮੈਂਟ ਸੀਗੀ ਪੂਰੀ? ਦੇਖੋ ਜੀ, ਮਾਨਯੋਗ ਕੋਰਟ ਨੇ ਬੜਾ ਸੋਚ ਸਮਝ ਕੇ ਪਹਿਲਾਂ ਤੇ ਫੈਸਲਾ ਕੀਤਾ। ਹੁਣ ਇਹਦੇ ਵਿੱਚ ਇਹ ਸਮਝ ਨਹੀਂ ਲੱਗੀ ਸਾਡੇ ਪਰਿਵਾਰ ਨੂੰ ਵੀ ਸਾਡੇ ਨਾਲ ਧੱਕਾ ਕਿਉਂ ਹੋਇਆ। ਇਹਨਾਂ ਨੇ ਨਾ ਤੇ ਇਹਨਾਂ ਨੂੰ ਐਕਸੀਡੈਂਟ ਬਾਰੇ ਪਤਾ, ਨਾ ਇਹਨਾਂ ਨੇ ਉਹ ਬੰਦਿਆਂ ਬਾਰੇ ਪਤਾ। ਟਰੈਕਟਰ ਦਾ ਪਤਾ ਸੀਗਾ ਵੀ ਟਰੈਕਟਰ ਦਿੱਤਾ ਹੋਵੇ ਇਹਨਾਂ ਨੇ ਆਪਣਾ ਇੱਕ 2010 ਦੇ ਵਿੱਚ 5ਵੇਂ ਮਹੀਨੇ ਟਰੈਕਟਰ ਦੇ ਕੇ, ਤੇ ਇਹਨਾਂ ਨੇ ਆਪਣਾ ਲਗਾ ਲਿਆ, ਐਫੀਡੇਵਿਟ ਲੈ ਲਿਆ, ਇਹ ਸੁਰਖਰੂ ਹੋ ਗਏ। ਜਦੋਂ ਕਿ ਚੱਲਦਾ ਵੀ ਇਦਾਂ ਹੀ ਆ ਸਾਡੇ ਇੱਥੇ ਵੀ ਐਫੀਡੇਵਿਟ ਇੱਕ ਦਿੱਤਾ ਤੇ ਆਪਣੀ ਚੀਜ਼ ਉਹਨਾਂ ਨੂੰ ਦੇ ਦਿੱਤੀ, ਲਿਖਾ ਲਿਆ, ਉਹਨਾਂ ਕੋਲ ਸਾਈਨ ਵਗੈਰਾ ਕਰਾ ਲਏ, ਇਹਨਾਂ ਨੇ ਸਾਰਾ ਕੁਝ ਕਰਾ ਲਿਆ। 11ਵੇਂ ਮਹੀਨੇ ਜਾ ਕੇ ਤੇ ਉੱਥੇ ਇੱਕ ਉਹਦੇ ਨਾਲ ਡੈਥ ਹੋ ਜਾਂਦੀ ਆ। ਕੋਈ ਮੁਲਾਜ਼ਮ ਆਉਣ ਡਿਆ ਸੀਗਾ, ਉਹ ਹੁਣ ਪਤਾ ਨਹੀਂ, ਮਤਲਬ ਸਵੇਰੇ ਦਾ ਕੋਈ ਫੋਗ ਪਈ, ਧੁੰਦ ਵਗੈਰਾ ਪਈ, ਪਤਾ ਨਹੀਂ ਕੀ ਹੋਇਆ, ਉਹਦੇ ਨਾਲ ਐਕਸੀਡੈਂਟ ਨਾਲ ਮੌਤ ਹੋ ਗਈ। ਮੌਕੇ ਦੇ ਉੱਤੇ ਹੀ ਉਹਨੂੰ ਬੰਦੇ ਨੂੰ ਅਰੈਸਟ ਕਰ ਲਿਆ, ਜਿਹੜਾ ਬੰਦਾ ਟਰੈਕਟਰ ਚਲਾਉਣ ਡਿਆ, ਜਿਹੜਾ ਇਹਨਾਂ ਕੋਲ ਖਰੀਦ ਕੇ ਲੈ ਗਿਆ ਸੀਗਾ। ਮੌਕੇ ਤੇ ਉਹਨੂੰ ਅਰੈਸਟ ਕਰ ਲਿਆ, ਉਹਨੂੰ ਅਰੈਸਟ ਕਰਕੇ ਅੰਦਰ ਦੇ ਦਿੱਤਾ, ਟਰੈਕਟਰ ਜਮ੍ਹਾਂ ਹੋ ਗਿਆ। ਉਹਨਾਂ ਬੰਦਿਆਂ ਨੇ ਮੁੜ ਕੇ ਆਣ ਕੇ ਤੇ ਬਾਪੂ ਜੀ ਨੂੰ ਕਿਹਾ ਵੀ ਬਾਪੂ ਜੀ ਤੁਸੀਂ ਹੁਣ ਸਾਨੂੰ ਇੱਕ ਐਫੀਡੇਵਿਟ ਦਿਓ, ਸਾਡਾ ਟਰੈਕਟਰ ਨਾਲ ਕੋਈ ਨੁਕਸਾਨ ਥੋੜ੍ਹਾ ਬਹੁਤਾ ਹੋ ਗਿਆ ਵਾ, ਤੇ ਇੱਕ ਸਟਾਂਪ ਤੇ ਲਿਖ ਦਿਓ ਵੀ ਅਸੀਂ ਟਰੈਕਟਰ ਜਿਹੜਾ ਨਾ ਅੱਜ ਤੁਹਾਡੇ ਕੋਲ ਲੈ ਲਿਆ ਵਾ, ਤੇ ਅਸੀਂ ਉਹਦੀ ਜ਼ਮਾਨਤ ਕਰਾ ਲਈਏ। ਆਰਸੀ ਉਹਨਾਂ ਨੇ ਆਪਣੇ ਨਾਂ ਕਰਾ ਲਈ, ਟਰੈਕਟਰ ਉਹ ਛਡਾ ਕੇ ਲੈ ਗਏ। ਇਹਨਾਂ ਨੂੰ ਪਤਾ ਨਹੀਂ 2012 ਦੇ ਵਿੱਚ ਆਣ ਕੇ ਤੇ ਇਹਨਾਂ ਨੂੰ ਪਾਰਟੀ ਬਣਾ ਲਿਆ, ਤੇ ਇਹਨਾਂ ਨੂੰ ਸੰਮਣ ਭੇਜਤੇ। ਇਹਨਾਂ ਨੂੰ ਸੰਮਣ ਆ ਗਏ, ਇਹ ਮੁੜ ਕੇ ਆਪਣੇ ਕੋਲ ਤੁਰ ਪਏ। ਇਹਨਾਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ। ਹੁਣ ਜਦੋਂ ਟਾਈਮ ਲੰਘਦਾ ਗਿਆ, ਇਹਨਾਂ ਨੇ ਕੋਰਟ 'ਚ, ਇੱਥੇ ਗੁਰਦਾਸਪੁਰ ਕੋਰਟ 'ਚ ਕੇਸ ਲੱਗਾ। ਗੁਰਦਾਸਪੁਰ ਕੋਰਟ ਤੋਂ ਬਾਅਦ ਇਹਨਾਂ ਨੂੰ ਇੱਥੋਂ ਜੁਰਮਾਨਾ ਹੋ ਗਿਆ 29 ਲੱਖ ਤੇ 27,500 ਰੁਪਈਆ। ਉਹ ਇਹਨਾਂ ਨੂੰ ਫਿਰ ਇਹਨਾਂ ਨੇ ਫਿਰ ਕੀਤਾ ਵੀ ਕੋਰਟ 'ਚ ਚਲੇ ਗਏ, ਵੀ ਹਾਈ ਕੋਰਟ 'ਚ ਜਾ ਕੇ ਸਟੇ ਲੈਂਦੇ ਆ। ਚਲੋ ਸਟੇ ਲਿਆ, ਸਟੇ ਚੱਲਿਆ 2-3 ਸਾਲ ਸਟੇ ਚੱਲਿਆ। ਐਜ ਇਟ ਜੋ ਫੈਸਲਾ ਹੈਗਾ ਸੀਗਾ ਉਹ ਮੁੜ ਕੇ ਇਹਨਾਂ ਨੇ ਇੱਥੇ ਕੋਰਟ ਨੂੰ ਭੇਜਤਾ ਵੀ ਨਹੀਂ, ਜੋ ਹੈਗਾ ਹੇਠਾਂ ਕੋਰਟ ਨੇ ਕੀਤਾ, ਮਾਨਯੋਗ ਕੋਰਟ ਨੇ ਹੇਠਾਂ ਜੋ ਵੀ ਕੀਤਾ ਵਾ ਠੀਕ ਕੀਤਾ ਵਾ। ਫਿਰ ਹੁਣ ਕੇਸ ਇਹਨਾਂ ਨੇ ਲਾਇਆ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਜਾਵੇ। ਸੁਪਰੀਮ ਕੋਰਟ 'ਚ ਕੇਸ ਭੇਜਿਆ,
ਉਹਦੀ ਤਰੀਕ ਵਾ 18/5। 18/5 ਤੋਂ ਪਹਿਲਾਂ ਮਾਨਜੋ ਕੋਰਟ ਨੇ ਇਹਨਾਂ ਨੂੰ ਇੱਕ ਇੱਥੇ ਪਿੰਡ ਦੇ ਵਿੱਚ ਬੁਨਿਆਦੀ ਕਰਵਾਤੀ ਵੀ ਤੁਹਾਡੀ 16/5 ਨੂੰ ਇੱਥੇ ਹੈਗੀ ਆ ਪੈਲੀ ਦੀ ਕੁਰਕੀ ਕਰਕੇ ਤੇ ਉਹਦੀ ਦਿੱਤੀ ਜਾਊਗੀ ਜਿਹੜੀ ਰਕਮ ਬਣੂਗੀ ਉਹ ਜਮ੍ਹਾਂ ਕਰਵਾਈ ਜਾਊਗੀ। ਫਿਰ ਇਹਦੇ ਵਿੱਚ ਇੱਥੇ ਆ ਜਾਂਦਾ ਕਿਸਾਨ ਜਥੇਬੰਦੀਆਂ ਨਾਲ ਰਾਬਤਾ ਕੀਤਾ। ਇੱਥੇ ਕਿਸਾਨ ਜਥੇਬੰਦੀਆਂ ਦੇ ਵਿੱਚ ਸਾਡੇ ਗੁਰਪ੍ਰਤਾਪ ਜੀ ਨੇ ਪ੍ਰਧਾਨ ਨੇ ਜ਼ਿਲ੍ਹੇ ਦੇ, ਉਹਨਾਂ ਦੇ ਵਾਈਫ ਨੇ ਦਵਿੰਦਰ ਕੌਰ ਜੀ ਪ੍ਰਧਾਨ ਨੇ, ਉਹ ਵੀ ਉਹਨਾਂ ਨੇ ਬੜਾ ਵੱਡਾ ਸਾਥ ਦਿੱਤਾ। ਜਦੋਂ ਕੱਲ ਬੋਲੀ ਵਾਸਤੇ 16 ਤਰੀਕ ਆਈ, ਚਲੋ ਇਹਨਾਂ ਦਾ ਤੇ ਹਾਲ ਇਹ ਸੀਗਾ ਵੀ ਇਹ ਤੇ ਬਿਲਕੁਲ ਘਰ ਆਪਣੇ ਖਤਮ ਹੋ ਗਏ ਸੀਗੇ ਵੀ ਹੁਣ ਹੈ ਨਹੀਂ ਕੁਛ ਵੀ, ਜਦੋਂ 2 ਕਿੱਲੇ ਪੈਲੀ ਉਹ ਵੀ ਨਹੀਂ ਰਹੀ ਤੇ ਇਹਨਾਂ ਨੇ ਕੀ ਕਰਨਾ। ਜਥੇਬੰਦੀਆਂ ਨੇ ਆਣ ਕੇ ਇੱਥੇ ਪੂਰਾ ਮੋਰਚਾ ਲਾਇਆ। ਪੈਲੀ ਦੇ ਵਿੱਚ ਜਥੇਬੰਦੀਆਂ ਸਮੇਤ ਆਪਣੀ ਜੋ ਵੀ ਨਾਲ ਹੁੰਦੇ ਯੂਨੀਅਨ ਚੱਲਦੀ ਸੀ ਡਿਸਟ੍ਰਿਕਟ ਲੈਵਲ ਤੱਕ, ਡਿਸਟ੍ਰਿਕਟ ਲੈਵਲ ਦੀ ਯੂਨੀਅਨ ਵੀ ਸਾਰੀ ਇੱਥੇ ਢੁੱਕ ਗਈ। ਜਦੋਂ ਕੋਈ 12-1 ਵਜੇ ਦੇ ਨਾਲ ਉਹ ਆਏ ਨੇ ਤੇ ਆਣ ਕੇ ਤੇ ਉਹਨਾਂ ਨੇ ਜਿਹੜੇ ਆ ਮਾਲ ਮਹਿਕਮੇ ਦੇ ਅਧਿਕਾਰੀ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਵੇਖਿਆ ਵੀ ਦੁਨੀਆ ਬਹੁਤ ਇਕੱਠੀ ਹੋਈ ਆ। ਉਹਨਾਂ ਨੇ ਇਹ ਸੋਚਿਆ ਵੀ ਚਲੋ ਵੇਖਨੇ, ਉਹ ਵੀ ਗਏ ਨੇ, ਆਏ ਨੇ ਇੱਥੇ ਆਣ ਕੇ। ਇੱਥੇ ਗੁਰਪ੍ਰਤਾਪ ਜੀ ਹੁਣੀ ਨਾਲ ਬੈਠੇ ਸੀ ਅੱਗੇ, ਸਾਰੀ ਜਨਤਾ ਬਹੁਤ ਇਕੱਠੀ ਹੋਈ ਸੀ। ਫਿਰ ਇੱਥੇ ਸਭ ਤੋਂ ਚੰਗੀ ਗੱਲ ਇਹ ਹੋਈ ਆ ਵੀ ਇਹ ਇਲਾਕੇ ਦੇ ਵਿੱਚ, ਇਸ ਪਿੰਡ ਦੇ ਵਿੱਚ ਇਹਨਾਂ ਦਾ ਨਾਲ ਅਨਿਆਂ ਹੁੰਦਿਆਂ ਵੇਖ ਕੇ ਤੇ ਕੋਈ ਵੀ ਇਲਾਕੇ 'ਚੋਂ ਬੋਲੀ ਦੇਣ ਵਾਲਾ ਨਹੀਂ ਆਇਆ। ਬੋਲੀ ਦੇਣ ਵਾਲਾ ਨਹੀਂ ਕੋਈ ਵੀ ਆਇਆ, ਕਿਸੇ ਨੇ ਬੋਲੀ ਨਹੀਂ ਦਿੱਤੀ। ਕੋਈ ਆਂਦੇ, ਹਰ ਇੱਕ ਬੰਦੇ ਦੇ ਮੂੰਹ ਇਹ ਸੁਣਿਆ ਗਿਆ ਵਾ ਉੱਥੇ, ਅਸੀਂ ਵੀ ਉੱਥੇ ਹਾਂ ਵੀ ਇਹ ਕਿਸਾਨ ਦੇ ਪੈਲੀ ਦੇ ਵਿੱਚ ਬੋਲੀ ਨਹੀਂ ਦੇਣੀ। ਜੋ ਵੀ ਹੋਊਗਾ ਬਾਅਦ ਦੀ ਗੱਲ ਵਾ, ਪਰ ਬੋਲੀ ਨਹੀਂ ਦੇਣੀ। ਚਲੋ ਉਹਨਾਂ ਨੂੰ ਜਦੋਂ ਅਧਿਕਾਰੀ ਆ, ਉਹਨਾਂ ਅਧਿਕਾਰੀਆਂ ਨੂੰ ਜਦੋਂ ਕਿਹਾ ਤੇ ਉਹ ਆਪਣਾ ਲਿਖਤੀ ਪੜਤੀ ਕਰਕੇ ਵੀ ਜਦੋਂ ਬੋਲੀ ਕਰ ਕੋਈ ਨਹੀਂ ਤੇ ਅਸੀਂ ਕੀ ਕਰਨਾ, ਉਹ ਵਾਪਸ ਚਲੇ ਗਏ ਨੇ। ਹੁਣ ਅੱਗੇ ਸਰਕਾਰ ਨੂੰ ਅਪੀਲ ਵਾ ਵੀ ਜਿਹੜੇ ਇਹਨਾਂ ਦੇ ਨਾਲ ਧੱਕਾ ਹੋਇਆ ਵਾ, ਇਹਨਾਂ ਦੀ ਅਨਪੜ੍ਹਤਾ ਕਰਕੇ ਹੋਇਆ ਵਾ, ਅਵੇਅਰਨੈਸ ਦੀ ਘਾਟ ਕਰਕੇ ਹੋਇਆ ਵਾ। ਇਹਨਾਂ ਦਾ ਵਿਚਾਰ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ। ਤੇ ਇਹਨਾਂ ਲੋਕਾਂ ਨੂੰ, ਜਿਹੜੇ ਅਨਪੜ੍ਹ ਲੋਕ ਨੇ ਪਿੰਡਾਂ ਦੇ ਵਿੱਚ, ਅਸੀਂ ਅਨਪੜ੍ਹ ਲੋਕ ਜਿਹੜੇ ਬੈਠੇ ਨੇ, ਇਹਨਾਂ ਨੂੰ ਜਦੋਂ ਪਤਾ ਹੀ ਨਹੀਂਗਾ ਵੀ ਆਹ ਐਫੀਡੇਵਿਟ ਕਿੰਨੇ ਦਾ ਵਾ, 20 ਦਾ ਵਾ, ਤੇ 20 ਦੇ ਉੱਤੇ ਇਹਨਾਂ ਨੇ ਸਾਈਨ ਕਰਤੇ ਆ, ਜਾਂ ਤੇ ਐਫੀਡੇਵਿਟ ਨਾ ਹੋਣ ਤੇ ਜੇ ਹੈਗੇ ਨੇ ਤੇ ਸਰਕਾਰ ਇਹਨਾਂ ਨੂੰ ਥੋੜਾ ਲੋਕਾਂ ਨੂੰ ਅਵੇਅਰ ਕਰੇ ਤੇ ਇਹਨਾਂ ਦੀ ਮਦਦ ਕਰੇ। ਹੁਣ ਸਰਕਾਰ ਨੂੰ ਚਾਹੀਦਾ ਵਾ ਵੀ ਇਹਨਾਂ ਦੀ ਮਦਦ ਕਰੇ, ਇਹਨਾਂ ਨੂੰ ਇਹ ਜੰਜਾਲ ਚੋਂ ਕੱਢੇ। ਇਹਨਾਂ ਨੇ ਜਿਹੜਾ ਤਾਪ 10 ਸਾਲਾਂ ਦੇ ਵਿੱਚ ਆਪਣੇ ਪਿੰਡੇ ਤੇ ਹੰਢਾਇਆ ਵਾ, ਅਸੀਂ ਤੇ ਇਹ ਸੋਚਨੇ ਆ ਵੀ ਵੇਖੋ ਇਹ ਜੀਂਦੇ ਕਿੱਦਾਂ ਨੇ। 10 ਸਾਲ ਗੁਰਦਾਸਪੁਰ ਕਚਹਿਰੀ, ਚੰਡੀਗੜ੍ਹ ਕਚਹਿਰੀ, ਦਿੱਲੀ ਤੱਕ ਕਿੱਦਾਂ ਜਾਂਦੇ ਸੀ ਬੱਸ 'ਚ ਬਹਿ ਕੇ, ਤੇ ਕਦੀ ਚੰਡੀਗੜ੍ਹ ਬੱਸ 'ਚ ਬਹਿ ਕੇ। ਇਹ ਤੇ ਪਤਾ ਨਹੀਂ ਹੁਣ ਇਹ ਤੇ ਮਾਲਕ ਜਾਣਦਾ ਵੀ ਇਹ ਕਿੱਦਾਂ ਜੀਂਦੇ ਨੇ। 10 ਸਾਲਾਂ 'ਚ ਇਹਨਾਂ ਨੇ ਬਹੁਤ ਸੰਤਾਪ ਹੰਢਾਇਆ ਵਾ। ਸਾਡੀ ਤੇ ਉਹ ਭੈਣ ਨੂੰ ਵੀ ਨਾਲ ਤੁਹਾਡੇ ਮਾਧਿਅਮ ਰਾਹੀਂ ਅਪੀਲ ਵਾ ਵੀ ਉਹ ਵੀ ਇਹਨਾਂ ਬਾਰੇ ਸੋਚੇ ਵੀ ਇਹਨਾਂ ਨੇ ਜਿਹੜਾ 10 ਸਾਲ ਸੰਤਾਪ ਹੰਢਾਇਆ ਵਾ, ਕਸੂਰ ਇਹਨਾਂ ਦਾ ਕੀ ਆ। ਇਹਨਾਂ ਦਾ ਕਸੂਰ ਕੋਈ ਨਹੀਂ, ਸਿਰਫ ਇਹੋ ਹੀ ਕਸੂਰ ਵਾ ਵੀ ਇਹਨਾਂ ਦੇ ਨਾਲ ਟਰੈਕਟਰ ਦੀ ਆਰਸੀ ਸੀਗੀ, ਬਸ ਇਹੋ ਹੀ ਕਸੂਰ ਵਾ। ਚਲੋ ਅਸੀਂ ਫਿਰ ਵੀ ਅਪੀਲ ਕਰਨੇ ਆ ਭਾਈ ਇਹਨਾਂ ਬਾਰੇ ਸਰਕਾਰ ਜਿਹੜੀ ਆ ਕੁਛ ਸੋਚੇ। ਅੱਛਾ ਬਾਪੂ ਜੀ, ਕਿੰਨੀ ਜ਼ਮੀਨ ਹੈਗੀ ਹੈ, ਕਿੰਨੀ ਜ਼ਮੀਨ ਵਾਹੁੰਦੇ ਹੋ ਤੁਸੀਂ? ਸਾਡੇ ਕੋਲ 2 ਕਿੱਲੇ ਆ ਜੀ ਪੂਰੇ। ਉਹਦੇ ਨਾਲ ਹੀ ਗੁਜ਼ਾਰਾ ਸਾਰਾ ਚੱਲਦਾ ਹੈ ਪਰਿਵਾਰ? ਕੋਈ ਠੇਕੇ ਠੂਕੇ ਤੇ ਵਾਹੁੰਦੇ ਆ ਤੇ ਜਾਂ ਸ਼ਹਿਰ ਸ਼ੂਰ 'ਚ ਕੋਈ ਮਿੱਟੀ ਮੁੱਟੀ ਸੁੱਟ ਕੇ ਗੁਜ਼ਾਰਾ ਕਰਦੇ ਆ। ਪਲਾਟਾਂ ਪਲੂਟਾਂ 'ਚ ਟਰੈਕਟਰ ਦੀ ਮਿੱਟੀ ਪਾ ਕੇ। ਕੋ ਦੁੱਧ ਦੱਧ ਡੰਗਰਾਂ ਦਾ ਥੋੜਾ ਬਹੁਤਾ ਸ਼ਹਿਰ ਖੜੀਦਾ। ਕਿਵੇਂ ਬਾਪੂ ਜੀ ਫਿਰ 10 ਸਾਲ ਕਿਵੇਂ ਕੋਰਟ ਕਚਹਿਰੀਆਂ ਦੇ, ਕਿਵੇਂ ਸਾਰਾ ਇੰਨਾ ਸੰਘਰਸ਼ ਵੀ ਕਰਨਾ ਪਿਆ, ਫਿਰ ਵੀ ਅੱਜ ਮਾਨਯੋਗ ਅਦਾਲਤ ਦਾ ਇੱਕ ਸਖਤ ਫੈਸਲਾ ਹਨਾ, ਉਹ ਫੈਸਲਾ ਲਾਗੂ ਕਰ ਦਿੱਤਾ ਗਿਆ? ਮੈਂ ਕੀ ਦੱਸ ਸਕਦਾ ਜੀ, ਸਰਕਾਰ ਦੇ ਗਾੜੀ ਮੇਰਾ ਅਨਪੜ੍ਹ ਬੁੱਢੇ ਬੰਦੇ ਦਾ ਕੀ ਮੈਂ ਕੀ ਆਖਾਂ। ਇਹ ਤੇ ਹੁਣ ਸਰਕਾਰ ਸੋਚੇ ਮੇਰੇ ਬਾਰੇ, ਮੇਰੇ ਬੱਚਿਆਂ ਬਾਰੇ ਸੋਚੇ ਵੀ ਪੰਜ ਅਸੀਂ ਮੈਂਬਰ ਹਾਂ ਤੇ ਇੱਕ ਮੇਰੀ ਨੂੰਹ ਆ, 2 ਮੇਰਾ ਪੋਤੀ ਪੋਤਾ ਵਾ, ਇੱਕ ਮੇਰਾ ਪੁੱਤ ਵਾ। ਘਰ ਦੇ ਸਾਡੇ ਇਸੇ ਗਮ ਨਾਲ ਪੂਰੇ ਹੋ ਗਏ ਆ ਤੇ ਅਸੀਂ ਤੇ ਕੋਈ ਗੱਲ ਕਰ ਨਹੀਂ ਸਕਦੇ। ਜੇ ਨਾ ਹੋਇਆ ਤੇ ਸਰਕਾਰ ਨੇ ਨਾ ਸਾਡੀ ਮਦਦ ਨਾ ਕੀਤੀ ਤੇ ਫਿਰ ਖੀਰੀ ਸਾਡੇ ਕੋਲ ਹਥਿਆਰ ਤੇ ਦਵਾਈ ਦਾ ਹੀ ਆ। ਨਹੀਂ ਬਾਪੂ ਜੀ, ਇੱਦਾਂ ਦਾ ਕੰਮ ਜਿਹੜਾ ਜ਼ਿੰਦਗੀ ਦੇ ਵਿੱਚ ਸੰਘਰਸ਼, ਤੁਸੀਂ ਇੰਨੀ ਲੰਮੀ ਉਮਰ ਹੰਡਾਈ ਹੈ, ਸੰਘਰਸ਼ ਦੇ ਰਾਹ ਤੇ ਚੱਲ ਰਹੇ ਆ। ਅਦਾਲਤਾਂ ਦੇ ਉੱਤੇ ਭਰੋਸਾ ਰੱਖੋ, ਕਿਉਂਕਿ ਅਦਾਲਤ ਤੋਂ ਇਨਸਾਫ ਦੀ ਗੁਹਾਰ ਲਗਾਵਾਂ ਤੇ ਮਸਲੇ ਹੱਲ ਹੋ ਜਾਂਦੇ ਨੇ, ਗੱਲਬਾਤ ਦੇ ਨਾਲ ਮਸਲੇ ਹੱਲ ਹੋ ਜਾਂਦੇ। ਇਹ ਕੋਈ ਰਾਹ ਸਹੀ ਨਹੀਂ ਹੈ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ। ਸਾਡੀ ਵੀ ਅਪੀਲ ਇਹੀ ਹੈ, ਹੌਸਲਾ ਅੱਜ ਤੱਕ ਕੀਤਾ, ਅੱਗੇ ਵੀ ਹੌਸਲਾ ਬਣਾ ਕੇ ਰੱਖੋ। ਤਾਂ ਕਦੀ ਸਾਡੀ ਸਰਕਾਰ ਸੁਣਾਈ ਕਰੇ ਤੇ ਮਦਦ ਕਰੇ ਜੀ। ਕੁਰਕੀ ਕਰਨ ਵਾਸਤੇ ਕੱਲ ਆਏ ਸੀਗੇ ਪਿੰਡ ਦੇ ਵਿੱਚ? ਆਏ ਸੀ ਜੀ।
ਤੇ ਸਾਡੇ ਪਿੰਡ ਨੇ ਦੁਨੀਆ ਨੇ ਬਹੁਤ ਸਾਥ ਦਿੱਤਾ, ਕਿਸੇ ਨੇ ਕੁਰਕੀ ਦੀ ਆਵਾਜ਼ ਨਹੀਂ ਦਿੱਤੀ। ਲੋਕੀਆਂ ਦੇ ਬਹੁਤ ਧੱਕਾ ਹੋਇਆ ਵਾ, ਬੇਇਨਸਾਫੀ ਹੋਣ ਡਈ ਆ, ਇਹ ਬਹੁਤ ਇਹਨਾਂ ਦੇ ਨਾਲ ਬੇਇਨਸਾਫੀ ਆ। ਕਿੰਨੇ ਕੁ ਪੈਸੇ ਖਰਚੇ ਹੋਊਗੇ ਵਕੀਲਾਂ ਨੂੰ ਵੀ ਇੰਨੇ 10 ਸਾਲ ਕਚਹਿਰੀਆਂ ਦੇ ਧੱਕੇ? ਪਤਾ ਨਹੀਂ ਰਿਹਾ ਜੀ, ਅਸੀਂ ਜਿੰਨਾ ਕੁ ਕਮਾਉਂਦੇ ਆ ਠੇਕੇ ਠੁਕੇ ਦੀਆਂ ਪੈਲੀਆਂ ਵਾਹ ਕੇ, ਉਹ ਜਿਹੜੀ ਫਸਲ ਫੁਸਲੀ ਇਦਾਂ ਹੀ ਬਸ ਕੋਈ ਵਕੀਲਾਂ ਨੂੰ ਕੋਈ ਤਰੀਕਾ ਜਾਂ ਕੋਈ ਕਿਸ ਤਰ੍ਹਾਂ ਉੱਥੇ ਦੇ ਉੱਥੇ ਹੀ ਰਹੇ, ਕੋਈ ਤਰੱਕੀ ਨਹੀਂ ਸਾਡੇ ਕੋਲੋਂ ਹੋਈ। ਇਹ ਕੇਸ ਨੇ ਸਾਨੂੰ ਖਤਮ ਕਰ ਛੱਡਿਆ। ਕਦੀ ਉਹ ਜਿਨ੍ਹਾਂ ਨੂੰ ਟਰੈਕਟਰ ਦਿੱਤਾ ਸੀਗਾ ਹੁਣ ਕਦੀ ਉਹਨਾਂ ਦੇ ਨਾਲ ਨਹੀਂ ਗੱਲਬਾਤ ਹੋਈ ਹੈ? ਉਹਨਾਂ ਵੱਲ ਜਾਂਦੇ ਹਾਂ ਜੀ, ਤੇ ਉਹ ਆਂਦੇ ਸੀਗੇ ਵੀ ਅਸੀਂ ਤੁਹਾਡਾ ਨਾਂ ਹੀ ਨਹੀਂ ਲੈਂਦੇ। ਹੁਣ ਇਹ ਵੀ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਸਾਡਾ ਨਾਂ ਲਿਖਾਇਆ, ਕਿਹਨ ਲਿਖਾਇਆ, ਕਿਹਨ ਨਹੀਂ ਲਿਖਾਇਆ। ਤੇ ਉਹ ਸਾਡੇ ਨਾਲ ਉਹਨਾਂ ਨੇ ਕਾਹਦਾ ਪੱਲਾ ਫੜਾਇਆ ਹੀ ਨਹੀਂ ਕੋਈ ਜੀ ਸਾਨੂੰ। ਦੂਸਰੀ ਪਾਰਟੀ ਨੇ ਵੀ ਨਹੀਂ ਕਦੀ ਕੋਈ ਵਿਚਲਾ ਰਾਹ ਉਹਨਾਂ ਨਿਕਲਿਆ? ਨਾਲ ਵੀ ਮਿਹਨਤ ਤਰਲਾ ਕਰਦੇ ਹਾਂ ਜੀ, ਤੇ ਉਹਨਾਂ ਨੇ ਵੀ ਨਹੀਂ ਸਾਨੂੰ ਪੱਲੇ ਨਹੀਂ ਬੱਧਾ। ਉਹ ਗੁਰਦਾਸਪੁਰ ਮਾਵਾਂ ਧੀਆਂ ਆਈਆਂ ਤੇ ਮੈਂ ਹੱਥ ਜੋੜ ਕੇ ਤੇ ਗਾੜੀ ਖਲੋਤਾ, ਤੇ ਮੈਂ ਆਖਿਆ ਜੀ ਮੈਂ ਸਾਡਾ ਕੀ ਕਸੂਰ ਆ, ਤੇ ਉਹ ਸਗੋਂ ਮੈਨੂੰ ਪਿੱਟਣਾ ਚਾਲੂ ਕਰਤਾ ਉਹਨਾਂ ਨੇ। ਮੈਂ ਚੁੱਪ ਕਰ ਗਿਆ, ਮੈਂ ਆਖਿਆ ਮੈਂ ਜਨਾਨੀਆਂ ਬਗਾਨੀਆਂ ਨਾਲ ਕੀ ਕਹਿਣਾ, ਮੇਰਾ ਉਹਨਾਂ ਨੇ ਕੋਈ ਮੁੱਲ ਨਹੀਂ ਪਾਇਆ ਹੱਥ ਜੋੜਿਆਂ ਦਾ। ਤੁਸੀਂ ਵੀ ਦੱਸਣਾ ਚਾਹੁੰਦੇ ਕੋਈ? ਇੱਕ ਅਪੀਲ ਆ ਜੀ ਮਾਨਯੋਗ ਕੋਰਟ ਗਾੜੀ ਸਾਡੀ ਵੀ ਇਹਨਾਂ ਤੇ ਕੇਸ ਦੇ ਉੱਤੇ ਇੱਕ ਵਾਰ ਰਿਵਿਊ ਕੀਤਾ ਜਾਵੇ। ਇਹ ਅਪੀਲ ਆ ਜੀ ਮਾਨਯੋਗ ਕੋਰਟ ਗਾੜੀ ਫੇਰ ਦੁਬਾਰਾ ਵੀ ਇਹਨਾਂ ਦੇ ਕੇਸ ਨੂੰ ਦੁਬਾਰਾ ਇੱਕ ਵਾਰੀ ਰੀਓਪਨ ਕਰਕੇ ਸੁਣਿਆ ਜਾਵੇ, ਜਾਂਚਿਆ ਜਾਵੇ, ਘੋਖਿਆ ਜਾਵੇ, ਤੇ ਇੱਕ ਵਾਰੀ ਸਾਰੇ ਕੇਸ ਨੂੰ ਬੜੀ ਡਿਟੇਲ ਨਾਲ ਵੇਖਿਆ ਜਾਵੇ ਜੀ। ਬੜਾ ਧੱਕਾ ਇਹਦੇ ਵਿੱਚ, ਇਹ ਅਪੀਲ ਆ ਜੀ। ਦੇਖੋ ਇੱਕ ਗੱਲ ਇਸ ਕੇਸ ਦੇ ਵਿੱਚੋਂ ਜੇ ਆਪਾਂ ਇੱਕ ਚੀਜ਼ ਹੋਰ ਸਮਝੀਏ ਨਾ, ਇਹ ਬੇਸ਼ੱਕ ਬੜੀਆਂ ਸਧਾਰਨ ਗੱਲਾਂ ਲੱਗਦੀਆਂ ਨੇ ਜਦੋਂ ਅਸੀਂ ਕਦੇ ਕਿਸੇ ਤੋਂ ਕੋਈ ਚੀਜ਼ ਉਹਦੀ ਵੇਚ ਖਰੀਦ ਕਰਦੇ ਆ, ਅਸੀਂ ਉਦੋਂ ਜ਼ੁਬਾਨੀ ਸਾਰਾ ਕੁਝ ਕਈ ਵਾਰ ਤਾਂ ਜ਼ੁਬਾਨੀ ਫੈਸਲੇ ਕਰ ਜਾਂਦੇ ਆ ਵਿਸ਼ਵਾਸ ਦੇ ਉੱਤੇ, ਤੇ ਕਈ ਵਾਰ ਅਸੀਂ ਘਰੇ ਲਿਖ ਲੈਂਦੇ ਇੱਕ ਅੱਧਾ ਪੇਪਰ ਉਹਦੇ ਉੱਤੇ ਸਾਈਨ ਕਰ ਲੈਂਦੇ ਆ, ਕਈ ਵਾਰ ਐਫੀਡੇਵਿਟ ਬਣਾ ਲੈਂਦੇ ਆ, ਤਾਂ ਉਸ ਤੋਂ ਅਗਲੀ ਜਿਹੜੀ ਕਾਰਵਾਈ ਹੁੰਦੀ ਉਹਨੂੰ ਆਪਾਂ ਇਗਨੋਰ ਕਰ ਦਿੰਦੇ ਆ। ਫਿਰ ਜਦੋਂ ਇਗਨੋਰ ਕਰਦੇ ਆ ਨਾ, ਅੱਜ ਉਹਦਾ ਨਤੀਜਾ ਬਾਪੂ ਜੀ ਭੁਗਤ ਰਹੇ ਨੇ। ਇੱਧਰ ਤਾਂ ਜ਼ਿਮੀਂਦਾਰ ਪਰਿਵਾਰ ਸੀਗਾ, ਬਹੁਤੇ ਪੜ੍ਹੇ ਲਿਖੇ ਨਹੀਂ ਸੀਗੇ, ਜ਼ਿਆਦਾ ਟੈਕਨੀਕਲੀ ਸਮਝ ਨਹੀਂ ਪਾਏ, ਪਰ ਜੇ ਤੁਸੀਂ ਟੈਕਨੀਕਲੀ ਤੌਰ ਦੇ ਉੱਤੇ ਇਸ ਕੇਸ ਨੂੰ ਸਮਝੋਗੇ ਤਾਂ ਮਕਸਦ ਇੱਕ ਤਾਂ ਤੁਸੀਂ ਇੱਕ ਬਜ਼ੁਰਗ ਕਿਸਾਨ ਦਾ ਦਰਦ ਮਹਿਸੂਸ ਕਰ ਰਹੇ ਹੋਵੋਗੇ, ਅੱਖਾਂ ਦੇ ਵਿੱਚ ਹੰਝੂ ਨੇ, ਜਿਹਦੇ ਕੋਲ ਸਿਰਫ 2 ਕਿੱਲੇ ਪੈਲੀ ਹੈ, 2 ਕਿੱਲੇ ਦੀ ਪੈਲੀ ਦੇ ਨਾਲ 5 ਤੋਂ 7 ਜੀ ਆਪਣੇ ਪਰਿਵਾਰ ਦੇ ਪਾਲ ਰਿਹਾ, ਅੱਜ ਅੱਖਾਂ ਨਾਮਣੇ ਸਾਰੀ ਜ਼ਿੰਦਗੀ ਕੋਟਾਂ ਦੇ ਵਿੱਚ ਗਾਲ ਦਿੱਤੀ। ਪਰ ਜਦੋਂ ਅਸੀਂ ਚੀਜ਼ ਦੀ ਵੇਚ ਖਰੀਦ ਕਰਦੇ ਹਾਂ ਤਾਂ ਸਾਨੂੰ ਪ੍ਰੋਪਰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਉਸ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੀਦਾ ਹੈ। ਭਾਵ ਕਿ ਜਿੱਦਣ ਤੁਸੀਂ ਕੋਈ ਚੀਜ਼ ਵੇਚ ਰਹੇ ਹੋ, ਭਾਵੇਂ ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਹੀ ਹੈ, ਤੁਸੀਂ ਪਹਿਲਾਂ ਤਾਂ ਆਪਣੇ ਡਾਕੂਮੈਂਟਸ ਜਿਹੜੇ ਪੂਰੇ ਰੱਖੋ। ਦੂਸਰੀ ਗੱਲ, ਜਦੋਂ ਵੇਚ ਖਰੀਦ ਕਰਦੇ ਹੋ ਤਾਂ ਕਾਨੂੰਨੀ ਤੌਰ ਦੇ ਉੱਤੇ ਉਹ ਜੋ ਵੀ ਆਰਸੀ ਜੋ ਵੀ ਲੈਣ ਦੇਣ ਹੈ ਉਹ ਪੂਰਨ ਤੌਰ ਦੇ ਉੱਤੇ ਉਹਨੂੰ ਚੜਾਓ, ਉਸੇ ਵੇਲੇ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਉੱਤੇ ਕਰੋ, ਕਿਉਂਕਿ ਜਦੋਂ ਅਗਲੇ ਪਾਸੇ ਬਾਹਨ ਜਾਂਦਾ ਹੈ ਤੁਹਾਡੀ ਗੱਡੀ ਜਾਊਗੀ, ਖੁਦਾ ਨਾ ਖਾਸਤਾ ਜਿਵੇਂ ਬਾਪੂ ਜੀ ਹੁਣਾਂ ਦੇ ਇਸ ਕੇਸ ਦੇ ਵਿੱਚ ਹੈ, ਅੱਗੇ ਹਾਦਸਾ ਹੋ ਗਿਆ, ਇੱਕ ਸ਼ਖਸ ਦੀ ਜਾਨ ਚਲੀ ਗਈ, ਸੁਭਾਵਿਕ ਤੌਰ ਦੇ ਉੱਤੇ ਉਸ ਪਰਿਵਾਰ ਦਾ ਵੀ ਇੱਕ ਕਮਾਊ ਪੁੱਤ ਚਲਾ ਗਿਆ ਸੀ, ਬੱਚਿਆਂ ਦਾ ਬਾਪ ਚਲਾ ਗਿਆ ਸੀਗਾ, ਪਤਨੀ ਵਿਧਵਾ ਹੋ ਗਈ, ਉਹ ਵੀ ਦੁੱਖ ਦੇ ਵਿੱਚ ਨੇ, ਉਹਨਾਂ ਨੇ ਵੀ ਦੁੱਖ ਹੰਡਾਇਆ ਹੋਊਗਾ, ਬਹੁਤ ਸੰਘਰਸ਼ ਕੀਤਾ ਹੋਊਗਾ, ਕੋਰਟ ਕਚਹਿਰੀਆਂ ਦੇ ਧੱਕੇ ਉਹਨਾਂ ਨੇ ਵੀ ਖਾਧੇ, ਪਰ ਦੁਖਾਂਤ ਜਿਹੜਾ ਹੈ ਉਹ ਉਸ ਚੀਜ਼ ਦਾ ਅੱਜ ਬਾਪੂ ਜੀ ਨਹੀਂ ਭੁਗਤ ਰਹੇ ਨੇ। ਜੇ ਕੋਈ ਇਹਨਾਂ ਦੇ ਇਹਨਾਂ ਹੰਝੂਆਂ ਨੂੰ ਸਮਝ ਰਿਹਾ ਹੋਵੇਗਾ ਨਾ, ਤਾਂ ਇਹ ਪੂਰਾ ਪਿਛਲੇ 10 ਸਾਲ ਦਾ ਸੰਘਰਸ਼ ਸਿਰਫ ਇਹਨਾਂ ਪੇਪਰਾਂ ਦੇ ਉੱਤੇ ਜੋ ਆਪਾਂ ਦੇਖ ਰਹੇ ਹਾਂ, ਕੋਰਟਾਂ ਕਚਹਿਰੀਆਂ ਦੇ ਵਿੱਚ ਇਹਨਾਂ ਪੇਪਰਾਂ ਨੂੰ ਲੈ ਕੇ ਘੁੰਮ ਕੇ ਧੱਕੇ ਠੇਡੇ ਖਾ ਲਏ, ਦੂਸਰੀ ਧਿਰ ਦੇ ਕੇ ਹੱਥ ਪੈਰ ਵੀ ਜੋੜ ਕੇ ਦੇਖ ਲਏ, ਪਰ ਪੱਲੇ ਕੁਝ ਨਹੀਂ ਪਿਆ। ਪੱਲੇ ਪਤਾ ਕੀ ਪਿਆ? 55 ਲੱਖ ਰੁਪਏ ਜੁਰਮਾਨਾ, ਕਾਨੂੰਨੀ ਕਾਰਵਾਈ, ਸਖਤ ਕਾਨੂੰਨੀ ਕਾਰਵਾਈ। ਮਾਨਯੋਗ ਅਦਾਲਤ ਦੇ ਅੱਗੇ ਸਾਡੀ ਵੀ ਅਪੀਲ ਹੈ ਕਿ ਜੇਕਰ ਇਸ ਕੇਸ ਦੇ ਵਿੱਚ ਕੋਈ ਕਾਨੂੰਨੀ ਰਾਹ ਇਸ ਤਰੀਕੇ ਦੇ ਨਾਲ ਇਖਤਿਆਰ ਹੁੰਦਾ ਹੈ, ਕੋਈ ਅਪੀਲ ਦਲੀਲ ਇਹਨਾਂ ਦੀ ਸੁਣੀ ਜਾਂਦੀ ਹੈ, ਤਾਂ ਰਿਵਿਊ ਜ਼ਰੂਰ ਕੀਤਾ ਜਾਵੇ। ਦੋਨਾਂ ਧਿਰਾਂ ਨੂੰ ਜਿਹੜਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ, ਇਸ ਨੂੰ ਆਪਾਂ ਡਿਨਾਈ ਨਹੀਂ ਕਰਦੇ। ਮਾਨਯੋਗ ਅਦਾਲਤ ਦਾ ਫੈਸਲਾ ਪਰਿਵਾਰ ਵੀ ਸਿਰ ਮੱਥੇ ਮੰਨ ਰਿਹਾ, ਪਰ ਹਾਲਾਤ ਇਹ ਨੇ ਕਿ ਬਾਪੂ ਜੀ ਦੇ ਕੋਲ ਪੈਸੇ ਹੈ ਹੀ ਨਹੀਂ ਦੇਣ ਵਾਸਤੇ, ਗਰੀਬੀ ਘਰ ਦੇ ਵਿੱਚ ਇੰਨੀ ਹੈ। 55 ਲੱਖ ਰੁਪਏ ਦੇਣਾ ਜਾਂ ਆਪਣੀ 2 ਕਿੱਲੇ ਜ਼ਮੀਨ ਜੇ ਤੋਂ ਰੋਜ਼ੀ ਰੋਟੀ ਚੱਲਦੀ ਹੈ ਉਸ ਨੂੰ ਕੁਰਕ ਕਰ ਦੇਣਾ, ਮੈਨੂੰ ਲੱਗਦਾ ਹੈ ਵੀ ਇਹ ਆਪਣੇ ਜਿਵੇਂ ਦਿਲ ਦਾ ਟੁਕੜਾ ਦੇਣ ਦੇ ਬਰਾਬਰ ਹੈ। ਆਪਾਂ ਇਸ ਤਰ੍ਹਾਂ ਨੂੰ ਸਮਝ ਸਕਦੇ। ਔਰ ਅਪੀਲ ਸਾਡੀ ਵੀ ਹੈ, ਕਦੀ ਵੀ ਆਪਣੇ ਵਾਹਨਾਂ ਦੇ ਕਾਗਜ਼ਾਂ ਪੱਤਰਾਂ ਨੂੰ ਪੂਰੇ ਰੱਖਣ ਤੋਂ ਗਰੇਜ ਨਾ ਕਰੋ, ਉਹਨਾਂ ਨੂੰ ਪ੍ਰੋਪਰ ਇੰਸ਼ੋਰੈਂਸ, ਪੋਲਿਊਸ਼ਨ, ਉਸਦੀ ਆਰਸੀ ਸਾਰਾ ਕੁਝ ਕੋਲ ਬਕਾਇਦਾ ਰੱਖਿਆ ਕਰੋ, ਕਿਉਂਕਿ ਇਹ ਚੀਜ਼ਾਂ ਕਈ ਵਾਰ ਫਿਰ ਇਨਸਾਨ ਨੂੰ ਅੱਗੇ ਆ ਕੇ ਭੁਗਤਣੀਆਂ ਪੈਂਦੀਆਂ ਨੇ।
ਜਿਵੇਂ ਆਪਾਂ ਵੀ ਗੱਲ ਕਰਦੇ ਆ ਇਹ ਜਿਹੜਾ ਐਫੀਡੇਵਿਟ ਸੀਗਾ, ਇਸ ਐਫੀਡੇਵਿਟ ਦੇ ਉੱਤੇ ਇਹ ਚੀਜ਼ਾਂ ਲਿਖੀਆਂ ਵੀ ਗਈਆਂ ਨੇ ਵੀ ਇੰਨੀ ਤਰੀਕ ਨੂੰ ਮੈਂ ਟਰੈਕਟਰ ਖਰੀਦ ਲਿਆ ਸੀਗਾ ਔਰ ਇੰਨੀ ਤਰੀਕ ਨੂੰ ਟਰੈਕਟਰ ਦੇ ਬਕਾਇਆ ਰਾਸ਼ੀ ਦੇ ਦਿੱਤੀ ਹੈ ਔਰ ਅਧਿਕਾਰ ਜਿਹੜੇ ਆ ਉਹ 10/5/10 ਤੋਂ ਸਾਰੇ ਮੇਰੇ ਹੋ ਗਏ ਆ। ਜੋ ਵੀ ਐਕਸੀਡੈਂਟ ਜਾਂ ਇਹਦੇ ਵਿੱਚ ਇੱਕ ਲਾਈਨ ਵੀ ਲਿਖੀ ਹੈ ਕਿ 10/5/10 ਨੂੰ ਵਸੂਲ ਪਾ ਲਿਆ ਟਰੈਕਟਰ ਦਾ ਕਬਜ਼ਾ ਮਿਤੀ 10/5/10 ਨੂੰ ਵਸੂਲ ਪਾ ਰਿਹਾ ਮਿਤੀ 10/5/10 ਤੋਂ ਪਹਿਲਾਂ ਦੇ ਸਾਰੇ ਚਲਾਨ ਟੋਕਨ ਐਕਸੀਡੈਂਟ ਵਗੈਰਾ ਮਿਤੀ 10/5/10 ਤੋਂ ਬਾਅਦ ਮੈਂ ਜ਼ਿੰਮੇਵਾਰ ਹੋਵਾਂਗਾ। ਪਰ ਉਸ ਦੇ ਬਾਵਜੂਦ ਅਦਾਲਤ ਦੇ ਵਿੱਚ ਫੈਸਲਾ ਬਾਪੂ ਜੀ ਦੇ ਹੱਕ 'ਚ ਨਹੀਂ ਆਇਆ, ਅਗੇਂਸਟ ਗਿਆ ਹੈ। ਤਾਂ ਹੀ 29,27,500 ਰੁਪਇਆ ਜੁਰਮਾਨਾ ਪਿਆ ਔਰ ਉਸੇ ਜੁਰਮਾਨੇ ਨੂੰ ਜਦੋਂ 7.5% ਵਿਆਜ ਲੱਗਾ ਤੇ ਅੱਜ ਉਹ ਰਕਮ 55 ਲੱਖ ਬਣ ਗਈ ਹੈ ਤੇ 55 ਲੱਖ ਰੁਪਇਆ ਦੇਣ ਨੂੰ ਹੈ ਨਹੀਂ ਹੈ। ਸਰਕਾਰ ਦਾ ਮਾਨਯੋਗ ਅਦਾਲਤ ਦਾ ਦੂਸਰਾ ਫੈਸਲਾ ਕਿ ਜ਼ਮੀਨ ਨੂੰ ਕੁਰਕ ਕਰ ਦਿੱਤਾ ਜਾਵੇ। ਕੱਲ੍ਹ ਜਦੋਂ ਅਧਿਕਾਰੀ ਜ਼ਮੀਨ ਕੁਰਕ ਕਰਨ ਦੇ ਲਈ ਆਏ ਸੀਗੇ ਤਾਂ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਤਾਂ ਵੱਡੀ ਗੱਲ ਹੈ ਕਿ ਪਿੰਡ ਵਾਲਿਆਂ ਦਾ ਇੱਕ ਬੜਾ ਵੱਡਾ ਕਦਮ ਸੀਗਾ, ਕਿਸੇ ਨੇ ਬੋਲੀ ਨਹੀਂ ਦਿੱਤੀ, ਕੋਈ ਲਾਲਚ ਵਿੱਚ ਨਹੀਂ ਪਿਆ ਕਿਉਂਕਿ ਵੱਧ ਘੱਟ ਦੇ ਕੇ ਬੋਲੀ ਕਰਕੇ ਤਾਂ ਜ਼ਮੀਨ ਕਰਵਾਈ ਵੀ ਜਾ ਸਕਦੀ ਪਰ ਉੱਤੇ ਕੋਈ ਬੋਲੀ ਦੇਣ ਵਾਲਾ ਨਹੀਂ ਆਇਆ। ਬਾਪੂ ਜੀ ਕੀ ਰਾਹ ਦਿਖਦਾ ਅੱਗੇ, ਕੁਝ ਰਾਹ ਦਿਖਦਾ ਇਨਸਾਫ ਦਾ ਕਿ ਕਿਵੇਂ ਹੁਣ ਹੋਊਗਾ ਇਸ ਪੂਰੇ ਮਸਲੇ ਦਾ ਹੱਲ? ਇਹ ਤੇ ਜੀ ਹੁਣ ਸਰਕਾਰ ਹੀ ਸਾਡੀ ਮਦਦ ਕਰੇ ਤੇ ਹੋ ਸਕਦੀ ਹੈ, ਅਸੀਂ ਕੀ ਕਹਿ ਸਕਦੇ ਹਾਂ। ਸਾਡੀ ਸਰਕਾਰ ਸੁਣੇ, ਸਾਡੀ ਕਿਸੇ ਤਰੀਕੇ ਨਾਲ ਸਾਡੇ ਜੀਆਂ ਨੂੰ ਬਚਾ ਲੈਣ। ਸਾਡੀ ਸਰਕਾਰ ਹੀ ਜੋ ਕਰ ਸਕਦੀ ਹੈ, ਹੋਰ ਸਾਨੂੰ ਤਾਂ ਕੋਈ ਰਾਹ ਨਹੀਂ ਲੱਭਦਾ। ਬਾਪੂ ਜੀ ਦੇ ਬੇਟਾ ਵੀ ਨਾਲ ਨੇ ਭਾਜੀ, ਕੋਈ ਰਾਹ ਲੱਗਦਾ, ਕੋਈ ਰਾਹ ਨਿਕਲੇਗਾ ਅੱਗੇ, ਕੋਈ ਹੱਲ? ਕੋਈ ਰਾਹ ਨਹੀਂ ਲੱਭਣ ਦਿਆ ਸਾਨੂੰ ਰਾਹ ਆਹੀ ਲੱਭਣਾ ਐਂਡ ਦੇ ਉੱਤੇ ਜਾ ਕੇ ਅਸੀਂ ਦਵਾਈ ਸਾਡੇ ਪਰਿਵਾਰ ਨੇ ਖਾ ਕੇ ਮਰ ਜਾਣਾ। ਨਹੀਂ ਇਦਾਂ ਦਾ ਕੰਮ ਤਾਂ ਆਪਾਂ ਅਪੀਲ ਕਰਦੇ ਹਾਂ ਭਾਜੀ, ਇਦਾਂ ਦਾ ਕਦੀ ਵੀ ਰਾਹ ਤੇ ਜਾਣੇ ਜੀ ਪੈਸੇ ਜੀ ਸਾਡੀ ਹੋਰ ਕੋਈ ਜਾਇਦਾਦ ਨਹੀਂ, ਕਿੱਥੋਂ ਦੇਵਾਂਗੇ ਪੈਸੇ? ਸਾਡੀ ਪੈਲੀ ਵੇਚ ਗਈ ਤੇ ਸਾਡੇ ਬੱਚੇ ਕੀ ਖਾਣਗੇ ਘਰੇ, ਭੁੱਖੇ ਮਰਨਗੇ। ਉਹਨਾਂ ਨੂੰ ਬਿਹਤਰ ਇਹੀ ਅਸੀਂ ਦਵਾਈ ਖਾ ਕੇ ਮਰ ਜਾਣਾ, ਹੋਰ ਅਸੀਂ ਪੈਸੇ ਨਹੀਂ ਦੇ ਸਕਦੇ। ਨਹੀਂ ਤੁਸੀਂ ਇੰਨਾ ਲੰਮਾ ਸਮਾਂ ਚਲੋ ਇਸ ਚੀਜ਼ ਨੂੰ ਹਰ ਬੰਦਾ ਸਮਝ ਰਿਹਾ ਹੋਵੇਗਾ ਅੱਜ, ਕਿਉਂਕਿ ਕਿਸੇ ਦਾ ਤਾਂ ਪਹਿਲੀ ਗੱਲ ਕੋਈ ਦਿਲ ਹੀ ਨਹੀਂ ਕਰਦਾ ਵੀ ਕੋਈ ਕਿਸੇ ਨੂੰ ਮਾਰ ਦੇਵੇ, ਕਿਸੇ ਦੀ ਜਾਨ ਲੈਣੀ ਕੋਈ ਛੋਟੀ ਗੱਲ ਨਹੀਂ ਹੈ। ਹੁਣ ਬਾਪੂ ਜੀ ਹੁਣੀ ਟਰੈਕਟਰ ਨਾਲ ਬੈਠੇ ਸੀ, ਟਰੈਕਟਰ ਦੇ ਨਾਲ ਟਰੈਕਟਰ ਚਲਾਇਆ, ਹਾਲਾਂਕਿ ਟੈਕਨੀਕਲੀ ਚੀਜ਼ਾਂ ਨੇ, ਮਾਨਯੋਗ ਅਦਾਲਤ ਦਾ ਫੈਸਲਾ ਅਸੀਂ ਉਸ ਨੂੰ ਡਿਨਾਈ ਨਹੀਂ ਕਰਦੇ, ਉਸ ਦਾ ਇੱਜ਼ਤ ਸਨਮਾਨ ਕਰਦੇ ਹਾਂ ਮਾਨਯੋਗ ਅਦਾਲਤ ਦਾ। ਪਰ ਦੁਖਾਂਤ ਇਹ ਹੈ ਕਿ ਜਿਹੜਾ ਗੁਨਾਹ ਕੀਤਾ ਹੀ ਨਹੀਂ ਅੱਜ ਉਸ ਗੁਨਾਹ ਦੀ ਸਜ਼ਾ ਭੁਗਤ ਰਹੇ ਹੋ। ਬਾਪੂ ਜੀ ਇਹ ਗੁਨਾਹ ਕੀਤਾ ਹੀ ਨਹੀਂ ਸੀਗਾ, ਨਾ ਟਰੈਕਟਰ ਤੇ ਮੌਜੂਦ ਸੀਗੇ, ਨਾ ਟਰੈਕਟਰ ਚਲਾ ਰਹੇ ਸੀਗੇ, ਪਰ ਫਿਰ ਵੀ ਦੋਸ਼ੀ ਬਣ ਗਏ। ਫਿਰ ਹੀ ਸਾਨੂੰ ਨਜਾਇਜ਼ ਧੱਕਾ ਨਾਲ ਦੋਸ਼ੀ ਬਣਾਤਾ ਜੀ। ਜਦੋਂ ਕਿ ਅਸੀਂ ਉਹਨਾਂ ਨੂੰ ਦੇਤਾ ਸੀ, ਮਾਲਕ ਉਹ ਬਣ ਗਏ। ਉਹਨਾਂ ਨੇ ਆਖਿਆ ਵਾ ਵੀ ਅਸੀਂ 5/10 ਨੂੰ ਜਿਹੜਾ ਵਾ ਵੀ ਅਸੀਂ ਜ਼ਿੰਮੇਵਾਰ ਬਣ ਗਏ, ਆ ਲਿਖਿਆ ਹਾ। ਅਸੀਂ ਇੰਨੇ ਪੜ੍ਹੇ ਨਹੀਂ, ਸਾਨੂੰ ਕੀ ਪਤਾ ਵੀ ਕੀ ਚੰਗੇ ਲਫ਼ਜ਼ ਲਿਖੇ ਜਾਣ ਡੇ ਆ, ਮਾੜੇ ਲਿਖੇ ਜਾਣ ਡੇ ਆ, ਤੇ ਅਸੀਂ ਤੇ ਉਹਨਾਂ ਨੂੰ ਦੇਤਾ ਸਭ ਕੁਝ। ਹੁਣ ਸਾਡੇ ਨਾਲ ਧੱਕਾ ਹੋ ਗਿਆ। ਉਧਰੋਂ ਬਾਪੂ ਜੀ ਉਦੋਂ ਉਹਨਾਂ ਨੇ ਕੋਈ ਗੱਲ ਕੀਤੀ ਜਿਹਨਾਂ ਨੇ ਟਰੈਕਟਰ ਖਰੀਦਿਆ ਸੀਗਾ ਵੀ ਇਦਾਂ ਦਾ ਉਹ ਹਾਦਸਾ ਹੋ ਗਿਆ ਕੋਈ, ਜਾਂ ਆਪਾਂ ਇਦਾਂ ਫਸ ਚੁੱਕੇ ਆ ਕਿਸੇ ਕੇਸ 'ਚ? ਨਹੀਂ ਆਂਦੇ ਆਪ ਤੁਹਾਡਾ 50,000 ਰੁਪਈਆ ਰਹਿੰਦਾ ਤੇ ਇਹ ਲੈ ਲਓ। ਅੱਛਾ ਜੀ। ਤੇ ਸਾਡੇ ਕੋਲ ਮਾੜਾ ਜਿਹਾ ਐਕਸੀਡੈਂਟ ਹੋ ਗਿਆ, ਸੁੱਟ ਲੱਗ ਗਈ ਹੈ ਤੇ ਅਸੀਂ ਜਾ ਕੇ ਥਾਣੇ ਟਰੈਕਟਰ ਤੇ ਜ਼ਮਾਨਤ ਕਰੋ। ਅਸੀਂ ਉਹਨਾਂ ਨੂੰ ਲੈਤਾ, ਅਸੀਂ ਆਖਿਆ ਚੱਲ ਜ਼ਮਾਨਤ ਕਰਾਉਣੀ ਆ ਕਰਾ ਲਓ ਪਈ। ਸਾਨੂੰ ਕੀ ਪਤਾ ਸੀਗਾ ਵੀ ਵੱਡੀਆਂ ਗੱਲਾਂ। 2 ਸਾਲ ਬਾਅਦ ਸਾਨੂੰ ਜਾ ਕੇ ਸੰਮਣ ਆਏ ਆ। ਅੱਛਾ, ਇਸ ਹਾਦਸੇ ਤੋਂ 2 ਸਾਲ ਬਾਅਦ? 2 ਸਾਲ ਬਾਅਦ ਜਾ ਕੇ ਸਾਨੂੰ ਪਤਾ ਲੱਗਾ। ਸਾਨੂੰ ਤਾਂ ਪਤਾ ਨਹੀਂ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਤਾਂ ਜਿਵੇਂ ਆਪਾਂ ਇਗਨੋਰ ਕਰ ਜਾਂਦੇ ਆ ਸਰ ਇਹਨਾਂ ਗੱਲਾਂ ਨੂੰ, ਬਹੁਤ ਆਪਾਂ ਕਈ ਵਾਰ ਮਾਇਨੇ ਨਹੀਂ ਰੱਖਦੀਆਂ ਸਾਡੇ ਲਈ ਗੱਲਾਂ ਜਦੋਂ ਆਪਾਂ ਦੇਖਦੇ ਹਾਂ, ਪਰ ਜਦੋਂ ਜਿਵੇਂ ਬਾਪੂ ਜੀ ਹੋਣੀ ਅੱਜ ਫਸੇ ਨੇ, ਜਿਹੜਾ ਗੁਨਾਹ ਕੀਤਾ ਨਹੀਂ, ਜਿਹੜਾ ਜੁਰਮ ਕੀਤਾ ਨਹੀਂ, ਅੱਜ ਉਹਦੀ ਸਜ਼ਾ ਜਿਹੜੀ ਹੈ ਬਾਪੂ ਜੀ ਭੁਗਤ ਰਹੇ ਨੇ, ਲੱਗਦਾ ਆਪਾਂ ਇਗਨੋਰ ਕਰ ਜਾਂਦੇ ਚੀਜ਼ਾਂ ਨੂੰ, ਫਿਰ ਇਹ ਵੱਡੇ ਫਿਰ ਗੋਲੇ ਬਣ ਕੇ ਫੜਦੀਆਂ ਨੇ। ਬਿਲਕੁਲ ਜੀ, ਇਹ ਬੜਾ ਵੱਡਾ ਇਸ਼ੂ ਆ ਵੀ ਜਦ ਇਹ ਚੀਜ਼ਾਂ ਨੂੰ ਅਸੀਂ ਉਹ ਵੇਲੇ ਨਹੀਂ ਵੇਖਦੇ। ਜਦੋਂ ਅਸੀਂ ਚੀਜ਼ ਲੈਂਦੇ ਆ ਦਿੰਦੇ ਆ, ਇਹ ਸਾਡਾ ਕਲਚਰ ਹੀ ਪੇਂਡੂ ਕਲਚਰ ਵਾ। ਪੇਂਡੂ ਕਲਚਰ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਐਫੀਡੇਵਿਟ ਲਿਆਉਂਦੇ ਆ, ਉਹ 10-20 ਰੁਪਏ ਦਿੰਦੇ ਆ ਤੇ ਲਿਖਾ ਲੈਂਦੇ ਆ, ਤੇ ਲਿਖਾ ਕੇ ਤੇ ਚੀਜ਼ ਅਗਲੇ ਦੇ ਹੱਥ ਫੜਾ ਦਿੰਦੇ ਆ ਵੀ ਲੈ ਭਾਈ ਤੂੰ ਚੱਲ। ਉਹ ਚੀਜ਼ ਲੈ ਕੇ ਆਪਣੇ ਘਰ ਚਲ ਜਾਂਦਾ ਵਾ, ਉਹਨੂੰ ਵੀ ਚੇਤਾ ਨਹੀਂ ਰਹਿੰਦਾ ਕਿ ਮੈਂ ਆਰਸੀ ਆਪਣੇ ਨਾਂ ਕਰਾਉਣੀ ਆ, ਆਪਣੇ ਮੁੜ ਕੇ ਕੰਮ ਕਰਨਾ, ਕੋਈ ਇਹਦੇ ਉੱਤੇ ਕੋਈ ਲਿਖਤ ਪੜਤ ਕਰਨੀ ਆ, ਨਾ ਕੋਈ ਉਹਦੇ ਕੋਲ ਇੰਸ਼ੋਰੈਂਸ ਹੁੰਦਾ ਵਾ। ਜਿੱਦਾਂ ਇਹਨਾਂ ਕੋਈਗਾ ਲੈ ਗਿਆ ਵਾ, ਲੈ ਕੇ ਜਾ ਕੇ ਬੰਦਾ ਥੱਲੇ ਦੇ ਦਿੱਤਾ ਵਾ, ਉਹ ਮੁੜ ਕੇ ਬਣ ਗਿਆ ਵਾ ਵੀ ਮੈਂ ਡਰਾਈਵਰ ਆ ਜੀ, ਮਾਲਕ ਇਹ ਨੇ। ਹੁਣ ਜਦੋਂ ਮਾਲਕ ਇਹਨਾਂ ਨੂੰ ਬਣਾ ਤੇ ਦਿੱਤਾ ਉਹਨੇ, ਉਹ ਵੇਲੇ ਇਹਨਾਂ ਦਾ ਫਰਜ਼ ਬਣਦਾ ਸੀਗਾ ਵੈਸੇ ਤੇ ਭਈ ਇਹ ਆਰਸੀ ਆਪਣੇ ਨਾਂ ਟਰੈਕਟਰ ਤਾਂ ਦਿੱਤਾ ਜਾਂਦਾ, ਆਰਸੀ ਉਹ ਆਪਣੇ ਨਾਂ ਪਹਿਲਾਂ ਕਰਾਉਂਦਾ, ਫਿਰ ਟਰੈਕਟਰ ਇੱਥੋਂ ਆਪਾਂ ਘਰੋਂ ਤੋਰਦੇ। ਪਰ ਇਹ ਗੱਲ ਦੀ ਘਾਟ
ਇੱਕ ਇਹਨਾਂ ਚੀਜ਼ਾਂ ਸਾਡੇ 'ਚ ਨਹੀਂ, ਇਹ ਸਾਰੇ ਸਾਡੇ ਕਲਚਰ 'ਚ ਹੀ ਇਦਾਂ ਵਾ। ਬਿਲਕੁਲ ਬਿਲਕੁਲ ਇਹ ਮੈਂ ਉਹੀ ਕਹਿ ਰਿਹਾ ਵੀ ਅੱਜ ਘਰ ਘਰ ਦੀ ਕਹਾਣੀ ਦੇ ਵਿੱਚ ਇਹ ਚੀਜ਼ ਹੈਗੀ ਹੈ। ਬਹੁਤ ਛੋਟੀ ਲੱਗਦੀ ਹੈ ਇਹ ਗੱਲ, ਪਰ ਜਦੋਂ ਇਹ ਮਸਲੇ ਬਣਦੇ ਨੇ ਪਤਾ ਫਿਰ ਲੱਗਦਾ। ਇਹ ਸੁਖਵਿੰਦਰ ਜੀ ਤੁਸੀਂ ਆ ਸਾਰੇ ਪਿੰਡਾਂ ਦੇ ਵਿੱਚੋਂ ਜਿੱਥੋਂ ਮਰਜ਼ੀ ਜਾ ਕੇ ਪੁਰਾਣੀ ਚੀਜ਼ ਵੇਖ ਲਓ, ਇਹ ਚੀਜ਼ ਹਰ ਘਰ 'ਚ ਮੌਜੂਦ ਹੋਊਗੀ। ਜਿੰਨੇ ਚੀਜ਼ ਖਰੀਦੀ ਆ ਨਾ ਜਾਂ ਜਿੰਨੇ ਵੇਚੀ ਆ, ਉਹਨੇ ਇੱਕ ਸਿੰਪਲ ਐਫੀਡੇਵਿਟ ਤੇ ਚੀਜ਼ ਦਿੱਤੀ ਆ ਤੇ ਸਿੰਪਲ ਐਫੀਡੇਵਿਟ ਤੇ ਚੀਜ਼ ਲਈ ਆ। ਆਰਸੀ ਬਹੁਤ ਰੀਅਲ ਚਾਂਸ ਵਾ ਵੀ ਕੋਈ ਬੰਦੇ ਹੋਣਗੇ ਜਿਹੜੇ ਮੌਕੇ ਤੇ ਆਖਣਗੇ ਵੀ ਚੀਜ਼ ਫੇਰ ਦੇਣੀ ਆ, ਪਹਿਲਾਂ ਆਰਸੀ ਆਪਣੇ ਨਾਂ ਟਰਾਂਸਫਰ ਕਰਾ ਭਾਈ। ਇਦਾਂ ਨਹੀਂ ਹੈਗਾ ਇਹ ਤੇ ਹੁਣ ਸਰਕਾਰ ਨੂੰ ਇਹੋ ਜਿਹਾ ਕੋਈ ਕਾਨੂੰਨ ਚਾਹੀਦਾ ਵਾ ਬਣਾਉਣਾ ਨਾਲ ਵੀ ਚੀਜ਼ ਅਗਲੇ ਦੇ ਘਰ ਤਾਂ ਜਾਵੇ ਵੀ ਪਹਿਲਾਂ ਜਿਹੜੇ ਡਾਕੂਮੈਂਟ ਆਰਸੀ ਰਜਿਸਟਰਡ ਡਾਕੂਮੈਂਟ ਵਾ ਉਹ ਚੇਂਜ ਹੋਵੇ ਉਹਦੇ ਨਾਂ ਤੇ ਫਿਰ ਉਹ ਅਗਲਾ ਛੀਟ ਤੇ ਬੈਠੇ। ਪਰ ਇੱਥੇ ਹੁਣ ਘਾਟ ਆ ਜੀ, ਉਹ ਘਾਟ ਦਾ ਹੀ ਨਤੀਜਾ ਇਹ ਭੁਗਤਣ ਦੇ ਨੇ। ਬੜਾ ਵੱਡਾ ਬੜੀ ਵੱਡੀ ਮਤਲਬ ਸੱਟ ਵਾ ਇਹਨਾਂ ਦੇ ਉੱਤੇ। ਇੱਕ ਜੇ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ, ਉਹ ਗੱਲ ਇਹਨਾਂ ਨਾਲ ਹੋ ਗਈ 10 ਸਾਲ ਤੇ ਪਹਿਲਾਂ ਇਹਨਾਂ ਨੂੰ ਰੋਲ ਤੱਕ ਕੋਟਾ ਨੇ ਤੇ ਹੁਣ ਰੋਲ ਤਾਂ ਫੇਰ ਜਾ ਕੇ ਮਤਲਬ ਮਗਰੋਂ ਤੋੜੀ ਜਾ ਕੇ 50 55 60 ਲੱਖ ਰੁਪਈਆ ਦਿਓ ਜੀ। ਵੇਖੋ ਦੇ ਤੇ ਸਕਦੇ ਨਹੀਂ। ਇਹ ਸੁਖਵਿੰਦਰ ਜੀ ਬੜੀ ਮਤਲਬ ਵੱਡੀ ਗੱਲ ਵਾ। 50 55 ਲੱਖ ਰੁਪਈਆ ਇੱਕ ਆਮ ਪਰਿਵਾਰ ਚੋਂ ਦੇਣਾ, ਜਿਹੜੇ ਗੁਜ਼ਾਰਾ ਹੀ 2 ਕਿੱਲੇ ਤੋਂ ਕਰ ਰਹੇ ਜਾਂ ਲੋਕਾਂ ਦੀ ਪੈਲੀ ਕਰਦੇ ਨੇ, ਉਸੇ 2 ਕਿੱਲਿਆਂ ਚੋਂ ਗੁਜ਼ਾਰਾ ਕਰਨ ਦੇ ਨੇ ਤੇ ਉਹ 55 ਲੱਖ ਰੁਪਈਆ ਕਿੱਥੋਂ ਦੇਣਗੇ? ਦੇ ਨਹੀਂ ਸਕਦੇ। ਬਾਕੀ ਅਸੀਂ ਤੇ ਹੁਣ ਵੇਖੋ ਸਾਡੀ ਤੇ ਜਿਹੜੀ ਮਤ ਇੱਥੇ ਇਸ ਵੇਲੇ ਮੌਕੇ ਤੇ ਜਿਹੜੀ ਮਤ ਵਾ ਨਾ, ਇਹ ਜਿਹੜੀ ਕਿਸਾਨ ਯੂਨੀਅਨ ਵਾ ਨਾ, ਇਹਨੇ ਬੜਾ ਵੱਡਾ ਇੱਕ ਸਟੈਂਡ ਲਿਆ ਵਾ। ਅਸੀਂ ਤੇ ਵੇਖੋ ਬੜਾ ਵੱਡਾ ਫਿਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਦਾ ਵੀ ਜਿਨ੍ਹਾਂ ਨੇ ਆਣ ਕੇ ਸਾਡਾ ਮੌਕੇ ਨੂੰ ਸੰਭਾਲਿਆ ਵਾ। ਸਾਡੇ ਘਰ ਏਡੀ ਵੱਡੀ ਵਿਪਤਾ ਬਣ ਗਈ ਆ, ਮੌਕੇ ਤੇ ਆਣ ਕੇ ਉਹ ਯੂਨੀਅਨ ਨੇ ਸਾਡਾ ਸਾਥ ਦਿੱਤਾ। ਸਾਡੇ ਪੈਰੀਆਂ 'ਚ ਜਾ ਕੇ ਬਹਿ ਗਏ, ਸਾਡੇ ਜਾ ਕੇ ਘਰਾਂ ਤੋਂ ਲੋਕਾਂ ਨੂੰ ਇਕੱਠਿਆਂ ਬੰਦਿਆਂ ਆਪਣੇ ਯੂਨੀਅਨ ਦੇ ਬੰਦੇ ਇਕੱਠੇ ਕਰਕੇ ਸਾਰਾ ਪ੍ਰਬੰਧ ਉਹਨਾਂ ਵਿਚਾਰਿਆਂ ਨੇ ਕੀਤਾ। ਅਸੀਂ ਤਾਂ ਉਹਨਾਂ ਦੇ ਵੀ ਬੜੇ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਇੰਨਾ ਸਾਡੇ ਵਾਸਤੇ ਸੰਘਰਸ਼ ਡੇ ਇਹ ਨੇ। ਦਿਨ ਰਾਤ ਉਹਨਾਂ ਨੇ ਇੱਕ ਕਰਤੀ, ਬੜੇ ਦਿਨੋਂ ਤਪੱਸਿਆ ਕੀਤੀ ਆ ਉਹਨਾਂ ਨੇ ਇੱਥੇ ਵੀ ਰੋਜ਼ ਟੈਲੀਫੋਨ ਕਰਕੇ ਵੀ ਅਸੀਂ ਬਿਲਕੁਲ ਕੁਛ ਨਹੀਂ ਹੁੰਦੇ। ਇਹਨਾਂ ਨੂੰ ਬੜਾ ਵੱਡਾ ਹੌਸਲਾ ਦਿੱਤਾ ਵਾ ਬਜ਼ੁਰਗਾਂ ਨੂੰ ਵੀ ਚਲੋ ਬਜ਼ੁਰਗੋ ਤੁਸੀਂ ਨਾ ਡਰੋ, ਕੋਈ ਗੱਲ ਨਹੀਂ ਗੀ। ਨਹੀਂ ਤੇ ਇਹ ਉੱਦਾਂ ਵੈਸੇ ਜਿੱਦਾਂ ਦੀ ਗੱਲ ਹੋਈ ਆ ਨਾ, ਇਹ ਦਿਲ ਸੁੱਟ ਗਏ ਸੀਗੇ, ਇਹ ਡਿੱਗ ਪਏ ਸੀਗੇ। ਇਹ ਹੁਣ ਚਲੋ ਦਵਾਈ ਦੂਈ ਖਾ ਕੇ ਥੋੜ੍ਹੇ ਬਹੁਤੇ ਕਾਇਮ ਬੈਠੇ ਨੇ, ਉੱਦਾਂ ਇਹ ਡਿੱਗ ਪਏ ਸੀ ਇਸ ਗੱਲ ਨੂੰ ਲੈ ਕੇ ਵੀ ਸਦਮਾ ਸੀਗਾ। ਤੇ ਇਸ ਕਰਕੇ ਚਲੋ ਕੋਰਟ ਗਾੜੀ ਫੇਰ ਮਾਨਜੋ ਕੋਰਟ ਗਾੜੀ ਫੇਰ ਬੇਨਤੀ ਆ ਵੀ ਫੇਰ ਇਹ ਕੇਸ ਨੂੰ ਜਿਹੜਾ ਨਾ ਕਿਤੇ ਵਿਚਾਰਿਆ ਜਾਵੇ। ਅਫਸਰਾਂ ਗਾੜੀ ਵੀ ਬੇਨਤੀ ਆ ਵੀ ਕੇਸ ਨੂੰ ਜ਼ਰੂਰ ਵਿਚਾਰਿਆ ਜਾਵੇ ਇੱਕ ਵਾਰੀ। ਤਾਂ ਬਿਲਕੁਲ ਪਰਿਵਾਰ ਦੇ ਵੱਲੋਂ, ਇਸ ਬਜ਼ੁਰਗ ਕਿਸਾਨ ਦੇ ਵੱਲੋਂ ਅਪੀਲ ਹੈ ਮਾਨਯੋਗ ਅਦਾਲਤ ਨੂੰ ਕਿ ਇਸ ਕੇਸ ਨੂੰ ਦੁਬਾਰਾ ਰਿਵਿਊ ਕੀਤਾ ਜਾਵੇ ਔਰ ਜੇ ਕੋਈ ਵਿਚਲਾ ਰਾਹ ਨਿਕਲਦਾ ਤਾਂ ਉਸ ਰਾਹ ਨੂੰ ਕੱਢਿਆ ਜਾਵੇ। ਕਿਉਂਕਿ ਕਹਿੰਦੇ ਵੀ ਮੇਰੇ ਕੋਲ ਸਿਰਫ 2 ਹੀ ਕਿੱਲੇ ਜ਼ਮੀਨ ਹੈ ਔਰ ਉਸੇ ਹੀ 2 ਕਿੱਲੇ ਜ਼ਮੀਨ ਤੋਂ ਮੇਰਾ ਪਰਿਵਾਰ ਪਲਦਾ ਹੈ। ਔਰ ਅੱਜ ਇਹਨਾਂ ਦੇ ਹੰਝੂ, ਇਹਨਾਂ ਦੇ ਦੁੱਖ ਨੂੰ ਨਾ ਸਿਰਫ ਬਿਆਨ ਕਰ ਰਹੇ ਨੇ, ਉਸ ਤਰਾਸਦੀ ਨੂੰ ਵੀ ਬਿਆਨ ਕਰ ਰਹੇ ਹੋਣਗੇ, ਉਸ ਸਮੇਂ ਨੂੰ ਵੀ ਬਿਆਨ ਕਰ ਰਹੇ ਨੇ ਜਿਹੜੇ ਸਮੇਂ ਇਹਨਾਂ ਤੋਂ ਇਹ ਭੁੱਲ ਹੋਈ, ਜਦੋਂ ਇਹ ਟਰੈਕਟਰ ਜਿਹੜਾ ਵਿਸ਼ਵਾਸ ਦੇ ਤੌਰ ਦੇ ਉੱਤੇ ਸਿਰਫ 4 ਲਾਈਨਾਂ ਲਿਖ ਕੇ ਸਪੁਰਦ ਕਰ ਦਿੱਤਾ ਦੂਸਰੀ ਧਿਰ ਨੂੰ। ਔਰ ਦੂਸਰੀ ਧਿਰ ਤੋਂ ਫਿਰ ਜਦੋਂ ਹਾਦਸਾ ਹੋਇਆ ਤੇ 2.5 ਸਾਲ ਬਾਅਦ ਫਿਰ ਇੱਕ ਸੰਭਣ ਆਉਂਦਾ ਹੈ ਤਾਂ ਇਸ ਸਾਰੇ ਕੇਸ ਦਾ ਇਹਨਾਂ ਸਾਹਮਣੇ ਜਿਹੜੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ੁਰੂ ਹੋ ਜਾਂਦਾ ਹੈ ਕੋਰਟ ਕਚਹਿਰੀਆਂ ਦੇ ਧੱਕੇ। ਕੋਰਟਾਂ ਕਚਹਿਰੀਆਂ ਦੇ ਵਿੱਚ 10 ਸਾਲ ਲਗਾਤਾਰ ਧੱਕੇ ਖਾਦੇ, ਪਰ ਫਿਰ ਵੀ ਅੱਜ ਇੱਕ ਉਸ ਗੁਨਾਹ ਦੀ ਸਜ਼ਾ ਭੁਗਤ ਰਹੇ ਜਿਹੜਾ ਗੁਨਾਹ ਕੀਤਾ ਨਹੀਂ ਸੀ। ਟੈਕਨੀਕਲੀ ਤੌਰ ਦੇ ਉੱਤੇ ਮਾਨਯੋਗ ਅਦਾਲਤ ਦੇ ਵੱਲੋਂ ਫੈਸਲਾ ਲਿਆ ਗਿਆ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਅਸੀਂ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ ਤੇ ਬਾਪੂ ਜੀ ਦੀ ਅਪੀਲ ਇਹੀ ਹੈ ਕਿ ਮੇਰੇ ਇਸ ਕੇਸ ਨੂੰ ਇੱਕ ਵਾਰ ਫਿਰ ਰਿਵਿਊ ਕੀਤਾ ਜਾਵੇ। ਫਿਲਹਾਲ ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਗੁਰਦਾਸਪੁਰ।